ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵੈਰਾਗ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ ਜੋ ਮਹਾਰਾਜ ਜੀ ਨੇ ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਜੋ ਲੜੀਵਾਰ ਗੁਰੂ ਸਾਹਿਬਾਨ ਦੇ ਜੀਵਨ ਦੀ ਕਥਾ ਚੱਲ ਰਹੀ ਹੈ, ਜੋ ਦਸਾਂ ਪਾਤਸ਼ਾਹੀਆਂ ਦਾ ਸੋਹਣਾ ਸੁੰਦਰ ਇਤਿਹਾਸ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਅੰਸ਼ ਬੰਸ 12ਵੀਂ ਪੀੜ੍ਹੀ ਵਿੱਚ ਪੈਦਾ ਹੋਏ ਮਹਾਨ ਵਿਦਵਾਨ ਸ਼੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ। ਉਹਨਾਂ ਦੁਆਰਾ ਰਚਿਤ ਇਹ ਜੋ ਮਹਾਨ ਇਤਿਹਾਸਕ ਗ੍ਰੰਥ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਉਹ ਮਾਈ ਭਾਈ ਕੁਝ ਸਮੇਂ ਤੋਂ ਸਰਵਣ ਕਰਦੇ ਆ ਰਹੇ ਹੋ। ਗੁਰੂ ਮਹਾਰਾਜ ਦੇ ਇਹਨਾਂ ਜੀਵਨ ਪ੍ਰਸੰਗਾਂ ਨੂੰ ਸਰਵਣ ਕਰਦਿਆਂ ਹੋਇਆਂ ਆਪਣਾ ਜੀਵਨ ਸਫਲ ਕਰ ਰਹੇ ਹੋ। ਲੜੀ ਤਹਿਤ ਪੰਚਮ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਪ੍ਰਸੰਗ ਕਿ ਆਹ ਦਿਨ ਜੋ ਸਤਿਗੁਰੂ ਜੀ ਪਾਵਨ ਬੀੜ ਲਿਖਵਾਈ ਕਰਵਾ ਰਹੇ ਨੇ, ਸਾਰੀ ਬਾਣੀ ਇੱਕ ਬੀੜ ਦੇ ਵਿੱਚ ਇਕੱਤਰ ਕਰ ਰਹੇ ਹੈ। ਜੋ ਗੁਰਮੁਖੋ ਇਤਿਹਾਸ ਚੱਲ ਰਿਹਾ ਹੈ, ਇਹ ਕੁਦਰਤੀ ਮਹਾਰਾਜ ਦੀ ਕਿਰਪਾ ਹੁੰਦੀ ਹੈ ਕਿ ਜਿਹੜੇ ਦਿਨ ਆਪਾਂ ਦਿਨਾਂ ਦੇ ਵਿੱਚ ਇਤਿਹਾਸ ਸੁਣ ਰਹੇ ਹਾਂ, ਇਹੀ ਦਿਨ ਸਨ ਜਦੋਂ ਮਹਾਰਾਜ ਦੀ ਇਉਂ ਹੀ
ਇਹ ਜਾਣੋ ਕਿ ਜਿੱਦਾਂ ਦਾ ਇਤਿਹਾਸ ਸ਼ੁਰੂ ਹੋਇਆ ਹੈ ਨਾ, ਉਸ ਦਿਨ ਤੋਂ ਲੈ ਕੇ ਹੀ ਮਹਾਰਾਜ ਨੇ ਇਹ ਬਾਣੀ ਲਿਖਵਾਉਣੀ ਸ਼ੁਰੂ ਕੀਤੀ ਹੈ। ਸਾਰੀ ਇੱਕ ਬੀੜ ਦੇ ਵਿੱਚ ਆਹੀ ਦਿਨ ਸਨ, ਤੇ ਅੱਗੇ ਭਾਦਰੋਂ ਸੁਦੀ ਏਕਮ ਆਉਣ ਵਾਲੀ ਹੈ। ਉਸ ਦਿਨ ਭਾਦਰੋਂ ਸੁਦੀ ਏਕਮ 1661 ਬਿਕਰਮੀ ਨੂੰ ਜੋ ਮਹਾਰਾਜ ਨੇ ਇਸ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੀਤਾ। ਤੁਸੀਂ ਵੇਖੋਗੇ ਆਉਣ ਵਾਲੇ ਦਿਨਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਬਹੁਤ ਵੱਡਾ ਸਮਾਗਮ ਹੁੰਦਾ ਹੈ, ਤੇ ਆਹ ਦਿਨਾਂ ਦੇ ਵਿੱਚ ਮਹਾਰਾਜ ਸਾਰੀ ਬਾਣੀ ਇਕੱਤਰ ਕਰਵਾ ਰਹੇ ਨੇ। ਭਾਈ ਗੁਰਦਾਸ ਜੀ ਲਿਖਾਰੀ ਲੱਗ ਕਰਕੇ ਸਾਰੀ ਬਾਣੀ ਲਿਖ ਰਹੇ ਹੈ। ਤੇ ਇਹ ਜਿਹੜਾ ਭਾਈ ਸੱਤਾ ਤੇ ਬਲਵੰਡ ਦਾ ਇਤਿਹਾਸ ਆਪ ਜੀ ਨੇ 2 ਦਿਨਾਂ ਵਿੱਚ ਸੁਣਿਆ ਹੈ, ਭਾਈ ਲੱਧਾ ਪਰਉਪਕਾਰੀ ਜੀ, ਉਹ ਵੀ ਇਹੀ ਦਿਨ ਸਨ ਇਤਿਹਾਸ ਦੇ। ਹੁਣ ਆਪਾਂ ਕੋਈ ਮਿੱਥ ਕੇ ਤਾਂ ਨਹੀਂ ਇਹ ਜਿਹੜਾ ਹੈ ਕਥਾ ਇਹ ਦਿਨਾਂ ਤੇ ਸ਼ੁਰੂ ਕੀਤੀ, ਇਹ ਤਾਂ ਲੜੀਵਾਰ ਚੱਲ ਰਹੀ ਸੀ। ਤੇ ਮਹਾਰਾਜ ਦੀ ਮੌਜ ਹੈ ਕਿ ਉਹੀ ਦਿਨਾਂ ਦੇ ਵਿੱਚ ਇਹ ਕਥਾ ਆਈ ਹੈ। ਇਉਂ ਜਾਣੋ ਕਿ ਰੋਜ਼ ਇਸੇ ਤਰ੍ਹਾਂ ਹੀ ਉੱਥੇ ਇਤਿਹਾਸ ਦੀ, ਜਿਵੇਂ ਹੁਣ ਵੀ ਕਥਾ ਹੁੰਦੀ ਹੈ ਸ੍ਰੀ ਦਰਬਾਰ ਸਾਹਿਬ ਵੀ, ਉੱਥੇ ਵੀ ਇਸ ਗੱਲ ਦਾ ਜ਼ਿਕਰ ਇਤਿਹਾਸ ਦੀ ਕਥਾ ਦੇ ਵਿੱਚ ਗੁਰਮੁਖ ਜਨ ਕਰਦੇ ਹੈ। ਤੇ ਇਹ ਜੋ ਗੁਰੂ ਪਾਤਸ਼ਾਹ ਜੀ ਪਰਉਪਕਾਰ ਕਰ ਰਹੇ ਹਨ, ਭਾਈ ਸੱਤਾ ਤੇ ਬਲਵੰਡ ਜਿਸ ਤਰ੍ਹਾਂ ਗੁਰੂ ਪਾਤਸ਼ਾਹ ਕੋਲ ਆਏ, ਕਿਵੇਂ ਗੁਰੂ ਮਹਾਰਾਜ ਤੋਂ ਐਸੇ ਹਉਮੈ ਦੇ ਭਾਵ ਵਿੱਚ ਬੇਮੁਖ ਹੋਏ। ਫਿਰ ਭਾਈ ਲੱਧਾ ਜੀ ਪਰਉਪਕਾਰੀ ਮਹਾਂਪੁਰਸ਼, ਜਿਨ੍ਹਾਂ ਨੇ ਦੇਖੋ ਆਪਣਾ ਮੁਖ ਕਾਲਾ ਕਰਵਾ ਕੇ ਆਪ ਉਹ ਗੁਰੂ ਮਹਾਰਾਜ ਦੇ ਬਚਨ ਨੂੰ ਸਤ ਕਰਕੇ ਮੰਨਿਆ ਤੇ ਗਧੇ ਤੇ ਬੈਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਗਲੀਆਂ ਵਿੱਚ ਗੇੜਾ ਦਿੱਤਾ। ਸਤਿਗੁਰੂ ਜੀ ਦੇ ਕੋਲ ਆਏ, ਮਹਾਰਾਜ ਨੇ ਕਿਹਾ, ਭਾਈ ਲੱਧਾ ਤੂੰ ਭਾਈ ਉਹੀ ਆ ਜਾਂਦਾ, ਤੇਰੇ ਕਹੇ ਤੋਂ ਤਾਂ ਅਸੀਂ ਬਖਸ਼ ਦਿੰਦੇ। ਕਹਿੰਦਾ ਮਹਾਰਾਜ ਫਿਰ ਤੁਹਾਡਾ ਬਚਨ, ਕਿਉਂਕਿ ਗੁਰੂ ਦੇ ਬਚਨ ਨੂੰ ਸੰਸਾਰ ਵਿੱਚ ਸੱਤ ਕਰਨਾ ਹੈ ਤਾਂ ਸਿੱਖ ਉਹਦੇ ਵਾਸਤੇ ਜੀਵਨ ਦੀ ਬਾਜੀ ਵੀ ਲਾ ਦਿੰਦਾ ਹੈ। ਮੁਖ ਕਾਲਾ ਤੇ ਵੱਖਰੀ ਗੱਲ ਹੈ। ਭਾਈ ਲੱਧਾ ਜੀ ਐਸੇ ਪਰਉਪਕਾਰੀ ਮਹਾਂਪੁਰਸ਼ ਨੇ। ਫਿਰ ਮਹਾਰਾਜ ਨੇ ਕੱਢੇ ਬਚਨ ਕਹੇ ਵੀ ਭਾਈ ਜਿਹੜਾ ਗੁਰੂ ਮਾਰਿਆ ਹੋਵੇ ਨਾ, ਭਾਵ ਗੁਰੂ ਨੇ ਜਿਹਨੂੰ ਕੋਈ ਸਰਾਪਤਾ, ਉਹਨੂੰ ਸਿੱਖ ਬਖਸ਼ਾ ਸਕਦਾ ਹੈ, ਹੋਵੇ ਕੋਈ ਪੂਰਨ ਸਿੱਖ। ਪਰ ਜਿਹੜਾ ਪੂਰਨ ਗੁਰਸਿੱਖ ਨੇ, ਬ੍ਰਹਮ ਗਿਆਨੀ ਨੇ ਫਟਕਾਰਤਾ, ਸਰਾਪਤਾ, ਉਹਨੂੰ ਗੁਰੂ ਨਹੀਂ ਬਖਸ਼ਦਾ। ਕਿਉਂਕਿ ਗੁਰੂ ਆਪਣੇ ਸਿੱਖ ਦੀ ਜਿਹੜੀ ਹੈ ਲੱਜਾ ਰੱਖਦਾ ਹੈ, ਆਪਣੇ ਗੁਰਸਿੱਖਾਂ ਨੂੰ ਮਾਣ ਵਡਿਆਈ ਦਿੰਦਾ ਹੈ। ਫਿਰ ਸਮਾਂ ਐਸਾ ਮਹਾਰਾਜ ਨੇ ਕਿਰਪਾ ਕੀਤੀ, ਭਾਈ ਸੱਤਾ ਤੇ ਬਲਵੰਡ ਨੂੰ ਬਖਸ਼ਿਆ। ਕਿਹਾ ਵੀ ਜਿਹੜੀ ਜੀਵ ਨਾਲ ਨਿੰਦਾ ਕੀਤੀ ਹੁਣ ਉਸਤਤ ਕਰੋ। ਉਹ ਰੋਗ ਤੋਂ ਵੀ ਠੀਕ ਹੋਏ। ਫਿਰ ਮਹਾਰਾਜ ਜੀ ਦੀ ਪੰਚਮ ਪਾਤਸ਼ਾਹ ਤੱਕ ਉਸਤਤੀ ਕੀਤੀ, ਇਤਿਹਾਸ ਸਾਰਾ ਪੱਖ ਲੈ ਕਰਕੇ। ਤੇ ਸਤਿਗੁਰੂ ਨੇ ਕਿਰਪਾ ਕੀਤੀ, ਜਿੱਥੇ ਉਹਨਾਂ ਦਾ ਰੋਗ ਠੀਕ ਹੋਇਆ ਮਹਾਰਾਜ ਨੇ ਬਚਨ ਕੀਤੇ, ਭਾਈ ਇਹ ਜੋ ਇਹਨੂੰ ਟਿੱਕੇ ਦੀ ਵਾਰ ਵੀ ਕਿਹਾ ਜਾਂਦਾ, ਤਿਲਕੇ ਦੀ ਵਾਰ ਵੀ, ਤਿਲਕ ਵੀ ਟਿੱਕੇ ਨੂੰ ਕਹਿੰਦੇ ਹਨ। ਪੁਰਾਣੇ ਗ੍ਰੰਥਾਂ ਵਿੱਚ ਇਹਨੂੰ ਟਿੱਕੇ ਦੀ ਵਾਰ ਲਿਖਿਆ ਹੋਇਆ। ਟਿੱਕਾ ਕਹਿ ਲੋ, ਤਿਲਕ ਕਹਿ ਲੋ, ਤਿਲਕੇ ਦੀ ਵਾਰ ਵੀ ਕਹਿ ਦਿੰਦੇ, ਟਿੱਕੇ ਦੀ ਵਾਰ ਵੀ। ਤਾਂ ਸਤਿਗੁਰਾਂ ਬਚਨ ਕੀਤੇ ਕਿ ਕੋਈ ਸਰੀਰ ਦਾ ਚਮੜੀ ਦਾ ਰੋਗ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਪਵਿੱਤਰ ਸਰੋਵਰ ਦੁੱਖ ਭੰਜਨੀ ਸਥਾਨ ਤੇ ਇਸ਼ਨਾਨ ਕਰਿਆਵੇ, ਉਪਰੰਤ ਇਸ ਵਾਰ ਦਾ ਪਾਠ ਰੋਜ਼ ਕਰੇ, ਉਹਦਾ ਭਾਈ ਰੋਗ ਠੀਕ ਹੋ ਜਾਏਗਾ। ਇਹੋ ਜਿਹੇ ਬਰ ਬਚਨ ਮਹਾਰਾਜ ਨੇ ਬਖਸ਼ੇ ਹੈ।
ਆਓ ਅੱਗੇ ਇਹ ਕੱਲ ਆਪਾਂ 24ਵੇਂ ਘਰ ਦੀ ਕਥਾ ਪ੍ਰਸੰਗ ਸਰਵਣ ਕੀਤਾ। ਅੱਗੇ 25ਵੇਂ ਘਰ ਦਾ ਪ੍ਰਸੰਗ ਪ੍ਰੇਮ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਨਾ ਪੁਰੀ ਲਾਹੌਰ ਮਹਿ ਬੜ ਗਿਆਨੀ ਇੱਕ ਸੰਤ। ਲਾਹੌਰ ਦੀ ਪੁਰੀ ਦਾ ਰਹਿਣ ਵਾਲਾ ਇੱਕ ਕਾਨਾ ਨਾਮ ਦਾ ਵੱਡਾ ਗਿਆਨੀ ਸੀ, ਵਿਦਵਾਨ ਬਹੁਤ ਸੀ। ਇਹਨੂੰ ਕਾਨਾ ਭਗਤ ਵੀ ਕਿਹਾ। ਤੇ ਮਹਾਰਾਜ ਦੇ ਕੋਲ ਇਹ ਕਿਵੇਂ ਆਇਆ, ਕਿਵੇਂ ਇਹਨੇ ਕੋਸ਼ਿਸ਼ ਕੀਤੀ ਮੇਰੀ ਵੀ ਬਾਣੀ ਲਿਖੋ। ਤੋ ਇਹ ਵੱਡਾ ਗਿਆਨੀ ਇੱਕ ਸੰਤ ਲਾਹੌਰ ਵਿੱਚ ਰਹਿੰਦਾ ਸੀ। ਲੱਧਾ ਆਇਓ ਗੁਰੂ ਤੇ ਤੈਨ ਇਹੋ ਸੁਣਿਓ ਬਿਰਤੰਤ। ਉਹਨੇ ਇਹ ਬਿਰਤਾਂਤ ਸੁਣਿਆ ਲਾਹੌਰ ਵਿੱਚ ਕਿ ਕਿਵੇਂ ਭਾਈ ਲੱਧਾ ਜੀ ਇੱਥੋਂ ਗਏ, ਕਿਵੇਂ ਜਿਹੜੇ ਰਬਾਬੀਏ ਸਨ ਉਹਨਾਂ ਨੂੰ ਬਖਸ਼ਾਇਆ, ਫਿਰ ਉਹਨਾਂ ਨੇ ਬਾਣੀ ਉਚਾਰੀ ਤੇ ਉਹ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੈ। ਸੋਚਿਆ ਵੀ ਮਹਾਰਾਜ ਬਾਣੀ ਲਿਖਵਾ ਰਹੇ ਨੇ ਇੱਕ ਗ੍ਰੰਥ ਦੇ ਵਿੱਚ ਤੇ ਮੈਂ ਵੀ ਆਪਦੀ ਬਾਣੀ ਦਰਜ ਕਰਾਵਾਂ। ਤੋ ਇਸ ਤਰ੍ਹਾਂ ਲੱਧਾ ਆਇਓ ਗੁਰੂ ਤੇ ਭਾਈ ਲੱਧਾ ਗੁਰੂ ਸਾਹਿਬ ਕੋਲੋਂ ਆਏ ਐ। ਤੈਨ ਇਹੋ ਸੁਣਿਓ ਬਿਰਤਾਂਤ। ਤੇ ਫਿਰ ਅਗਲਾ ਬਿਰਤਾਂਤ ਸੁਣਿਆ ਹੈ। ਚੌਪਈ ਗੁਰੂ ਬਨਾਵੇ ਗ੍ਰੰਥ ਮਹਾਨ। ਗੁਰੂ ਸਾਹਿਬ ਜੀ ਇੱਕ ਮਹਾਨ ਵੱਡਾ ਗ੍ਰੰਥ ਬਣਾ ਰਹੇ ਹਨ। ਬਾਣੀ ਸਕਲ ਗੁਰਨ ਲਿਖ ਠਾਨ, ਜੋ ਕਿ ਉਹਨਾਂ ਨੇ ਸਾਰੇ ਗੁਰੂ ਸਾਹਿਬਾਨ ਦੀ ਬਾਣੀ ਇੱਕ ਜਗ੍ਹਾ ਇਕੱਤਰ ਕਰ ਲਿਖੀ ਹੈ। ਭਗਤ ਕਬੀਰ ਆਦ ਜੇ ਭਏ। ਫਿਰ ਜਿਹੜੇ ਪਹਿਲਾਂ ਭਗਤ ਕਬੀਰ ਸਾਹਿਬ ਇਤਿਆਦਿਕ ਹੋਰ ਭਗਤ ਹੋਏ ਹਨ, ਤਿਨ ਕੀ ਬਾਣੀ ਵੀ ਲਿਖ ਲਏ। ਉਹਨਾਂ ਭਗਤਾਂ ਦੀ ਬਾਣੀ ਵੀ ਇਹ ਕਾਨੇ ਭਗਤ ਨੇ ਸੁਣਿਆ ਕਿ ਲਿਖੀ ਹੈ। ਆਸ ਸੁਨ ਤਿਸ ਫਕੀਰ ਬੁਲਵਾਏ। ਇਸ ਤਰ੍ਹਾਂ ਸੁਣ ਕੇ ਉਹਨੇ ਲਾਹੌਰ ਦੇ ਕੁਝ 2-3 ਹੋਰ ਸੰਤਾਂ ਫਕੀਰਾਂ ਨੂੰ ਸੱਦਿਆ ਹੈ। ਛੱਜੂ ਪੀਲੂ ਦੋਨੋਂ ਆਏ। ਤਾਂ ਇੱਕ ਹੈ ਭਗਤ ਛੱਜੂ, ਇੱਕ ਭਗਤ ਪੀਲੂ ਹੈ। ਇਹ ਵੀ ਦੋਨੇ ਆਏ ਹਨ। ਤੀਜੋ ਸ਼ਾਹ ਹੁਸੈਨ ਚੱਲ ਆਇਓ। ਤੇ ਤੀਜਾ ਇੱਕ ਸ਼ਾਹ ਹੁਸੈਨ ਹੈ, ਉਹ ਵੀ ਆ ਗਿਆ ਹੈ ਚੱਲ ਕਰ। ਮਿਲ 300 ਇਵ ਮਤਾ ਪਕਾਇਓ। ਇਹਨਾਂ ਨੇ ਇਕੱਠੇ ਹੋ ਕੇ 4 ਜਾਣਿਆਂ ਨੇ ਭਗਤ ਕਾਨਾ, ਪੀਲੂ, ਛੱਜੂ, ਸ਼ਾਹ ਹੁਸੈਨ ਨੇ ਮਤਾ ਪਕਾਇਆ, ਫੈਸਲਾ ਕੀਤਾ। ਹਮ ਹੈ ਭਗਤ ਜਗਤ ਪ੍ਰਸਿੱਧ। ਕਹਿੰਦੇ ਦੇਖੋ ਹੁਣ ਅਸੀਂ ਵੀ ਤਾਂ ਜਗਤ ਦੇ ਵਿੱਚ ਬੜੇ ਪ੍ਰਸਿੱਧ ਭਗਤ ਹਾਂ। ਅਬ ਕਰਨੀ ਹੈ ਐਸੀ ਵਿਧ। ਤੇ ਹੁਣ ਫਿਰ ਆਪਾਂ ਐਸੀ ਇੱਕ ਵਿਧੀ ਕਰਨੀ ਹੈ ਜੋ ਗੋਰੇ ਅਰਜਨ ਗ੍ਰੰਥ ਬਣਾਏ। ਜੋ ਗੁਰੂ ਅਰਜਨ ਦੇਵ ਜੀ ਇੱਕ ਗ੍ਰੰਥ ਬਣਾ ਰਹੇ ਹਨ। ਪੂਰਬ ਭਗਤ ਬਾਣੀ ਲਿਖਵਾਏ। ਤੇ ਉਹ ਪਹਿਲਾਂ ਹੋਏ ਭਗਤਾਂ ਦੀ ਬਾਣੀ ਵੀ ਵਿੱਚ ਲਿਖਵਾ ਰਹੇ ਨੇ। ਹਮ ਵੀ ਆਪਣੀ ਗਿਰਾ ਲਿਖਾਵੇ। ਆਪਾਂ ਵੀ ਚੱਲੀਏ, ਆਪਾਂ ਵੀ ਫਿਰ ਆਪਦੀ ਬਾਣੀ ਵਿੱਚ ਲਿਖਵਾਈਏ। ਜਿਸ ਤੇ ਜਗਤ ਅਦਕ ਜਸ ਪਾਵੇ। ਜੇ ਆਪਣੀ ਬਾਣੀ ਵੀ ਵਿੱਚ ਲਿਖੀ ਗਈ, ਸਾਰੇ ਪੜ੍ਹਨਗੇ
ਜਿਹਦੇ ਨਾਲ ਦੇਖੋ ਆ ਵਿਚਾਰ ਕੀਤੀ ਚੌਹਾਂ ਜਾਣਿਆਂ ਨੇ ਕਿ ਜਗਤ ਵਿੱਚ ਆਪਾਂ ਬਹੁਤ ਵੱਡਾ ਜਸ ਪ੍ਰਾਪਤ ਕਰ ਲਵਾਂਗੇ। ਨਾ ਤਰ ਨਿੰਦਾ ਹੋਏ ਹਮਾਰੀ। ਨਾ ਤਰ ਜੇ ਆਪਾਂ ਦੇਖੋ ਨਾ ਬਾਣੀ ਆਪਣੀ ਲਿਖੀ ਗਈ ਫਿਰ ਨਿੰਦਾ ਹੋਊ। ਲੋਕ ਕਹਿਣਗੇ ਐਵੇਂ ਭਗਤ ਭਗਤ ਕਰੀ ਜਾਂਦੇ ਹੋ। ਇਹ ਮਹਾਰਾਜ ਨੇ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ, ਤੁਹਾਡੀ ਕਾਹਤੋਂ ਨਹੀਂ ਲਿਖੀ। ਨਾ ਤਰ ਨਿੰਦਾ ਹੋਏ ਹਮਾਰੀ। ਜੇ ਆਪਾਂ ਨਾ ਲਿਖਵਾਈ ਨਾ ਨਹੀਂ ਫਿਰ ਆਪਣੀ ਨਿੰਦਾ ਹੋਵੇਗੀ। ਆਛਤ ਦੇਹ ਨਹਿ ਗਿਰਾ ਲਿਖਾਰੀ। ਆਛਤ ਦੇਹ ਨਹਿ ਗਿਰਾ ਲਿਖਾਰੀ। ਇਸ ਕਰਕੇ ਇਹ ਚੰਗੀ ਗੱਲ ਨਹੀਂ ਹੋਊ ਜੇ ਆਪਾਂ ਆਪਣੀ ਬਾਣੀ ਨਾ ਲਿਖਵਾਈ। ਸਭ ਨੇ ਕਾਨਾ ਭਲੇ ਸਰਾਏ। ਤਾਂ ਸਾਰਿਆਂ ਨੇ ਕਾਨੇ ਭਗਤ ਦੀ ਇਹ ਫਿਰ ਸਲਾਹ ਜਿਹੜੀ ਹੈ ਭਲੀ ਕਹੀ ਵੀ ਹਾਂ ਤੂੰ ਬਹੁਤ ਚੰਗੀ ਗੱਲ ਕਹੀ ਹੈ, ਸਿਫਤ ਕੀਤੀ। ਮਿਲ ਸਭ ਸ੍ਰੀ ਅੰਮ੍ਰਿਤ ਸਾਰੇ ਆਏ। ਇਹ ਸਾਰੇ ਮਿਲ ਕਰਕੇ ਚਾਰੇ ਜਾਣੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਹਨ। ਦੇ ਆਦਰ ਗੁਰ ਢਿਗ ਬੈਠਾਏ। ਤੇ ਮਹਾਰਾਜ ਕੋਲ ਪਹੁੰਚੇ। ਮਹਾਰਾਜ ਨੇ ਸਤਿਕਾਰ ਦੇ ਕੇ ਕੋਲ ਬਿਠਾਇਆ ਹੈ। ਪੁਨ ਪੂਛਤ ਭੇ ਤਿਨ ਕੇ ਪਾਏ। ਫਿਰ ਮਹਾਰਾਜ ਉਹਨਾਂ ਦੇ ਪ੍ਰਤੀ ਪੁੱਛਦੇ ਹਨ ਕਿਹ ਕਾਰਨ ਸੰਤੋ ਚੱਲ ਆਏ। ਐ ਭਾਈ ਸੰਤੋ ਕੀ ਕਾਰਨ ਹੈ ਤੁਸੀਂ ਚੱਲ ਕੇ ਆਏ ਹੋ। ਜੋ ਮਨ ਮਹਿ ਸੋ ਦੇਹੁ ਸੁਨਾਏ। ਜਿਹੜੀ ਤੁਹਾਡੇ ਮਨ ਵਿੱਚ ਗੱਲ ਹੈ ਉਹ ਤੁਸੀਂ ਦੱਸ ਦੇਵੋ। ਕਹਿ ਕਾਨਾ ਤੁਮ ਗ੍ਰੰਥ ਬਣਾਵੋ। ਤਾਂ ਇਹਨਾਂ ਦਾ ਮੁਖੀ ਭਗਤ ਕਾਨਾ ਕਹਿੰਦਾ ਵੀ ਮਹਾਰਾਜ ਜੀ ਅਸੀਂ ਸੁਣਿਆ ਤੁਸੀਂ ਇੱਕ ਗ੍ਰੰਥ ਤਿਆਰ ਕਰ ਰਹੇ ਹੋ। ਸੰਤ ਪ੍ਰਥਮ ਕੀ ਗਿਰਾ ਚੜਾਵੋ। ਤੁਸੀਂ ਪਹਿਲਾਂ ਹੋਏ ਸੰਤ ਭਗਤਾਂ ਦੀ ਬਾਣੀ ਉਹਦੇ ਵਿੱਚ ਚੜਾ ਰਹੇ ਹੋ। ਹਮ ਪ੍ਰਤੱਖ ਰਹਿ ਤੁਮ ਪਾਈ। ਤੇ ਅਸੀਂ ਆ ਤੁਹਾਡੇ ਸਾਹਮਣੇ ਹੁਣ ਤੁਹਾਡੇ ਚਰਨਾਂ 'ਚ ਪ੍ਰਤੱਖ ਭਗਤ ਬੈਠੇ ਆ। ਉਹ ਤਾਂ ਪਹਿਲਾਂ ਹੋਏ ਆ, ਅਸੀਂ ਕਹਿੰਦੇ ਹੁਣ ਦੇ ਸਮੇਂ ਦੇ ਮੌਜੂਦਾ। ਤੇ ਅਸੀਂ ਵੀ ਤਾਂ ਭਗਤ ਹਾਂ ਜੋ ਤੁਹਾਡੇ ਸਾਹਮਣੇ ਬੈਠੇ ਹਾਂ। ਕਿਉਂ ਹਮ ਕੋ ਨਹਿ ਯਾਦ ਕਰਾਈ। ਕਹਿੰਦੇ ਮਹਾਰਾਜ ਸਾਨੂੰ ਯਾਦ ਕਿਉਂ ਨਹੀਂ ਕੀਤਾ। ਅਸੀਂ ਵੀ ਤੇ ਬਾਣੀ ਲਿਖਦੇ ਆ। ਸਾਡੀ ਬਾਣੀ ਤੁਸੀਂ ਪੁੱਛਿਆ ਹੀ ਨਹੀਂ ਸਾਨੂੰ ਵੀ ਤੁਸੀਂ ਵੀ ਭਗਤੋਂ ਲਿਆਓ ਤੁਹਾਡੀ ਵੀ ਬਾਣੀ ਚਾੜ ਦਈਏ। ਕਹਿਓ ਗੁਰੂ ਹਮ ਤੇ ਭੁੱਲ ਗਏਓ। ਦੇਖੋ ਜੋ ਗੁਰੂ ਹੈ ਨਾ ਤੇ ਪਰਮੇਸ਼ਰ ਹੈ ਇਹ ਕਦੇ ਭੁੱਲਦਾ ਨਹੀਂ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਕਿਉਂਕਿ ਕਰਤੇ ਦਾ ਹੀ ਰੂਪ ਗੁਰੂ ਹੈ। ਮਹਾਰਾਜ ਨੇ ਕੈਸੀ ਖੇਡ ਰਚੀ ਬਚਨ ਕਹੇ ਕਹਿਓ ਗੁਰੂ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਵੀ ਭਗਤੋ ਸਾਸੀ ਭੁੱਲ ਗਏ ਤੁਹਾਨੂੰ। ਇਹ ਗੱਲ ਯਾਦ ਰੱਖਣੀ ਜਿਹਨੂੰ ਗੁਰੂ ਭੁੱਲ ਜੇ ਉਹਦਾ ਦੁਨੀਆ ਤੇ ਕੱਖ ਨਹੀਂ ਰਹਿੰਦਾ। ਕਿਉਂ ਕਿਰਪਾ ਕਰਦੇ ਸਤਿਗੁਰੂ ਕਹਿੰਦੇ ਭਾਈ ਅਸੀਂ ਤੇ ਤੁਹਾਨੂੰ ਭੁੱਲ ਹੀ ਗਏ। ਕਿਰਪਾ ਕਰੀ ਤੁਮ ਦਰਸ਼ਨ ਦਿਓ। ਤੁਸੀਂ ਕਿਰਪਾ ਕੀਤੀ ਆ ਕੇ ਦਰਸ਼ਨ ਦਿੱਤੇ ਹਨ। ਅਬ ਗੁਰ ਆਸ਼ੈ ਕੀ ਅਨੁਸਾਰ। ਹਾਂ ਤੁਸੀਂ ਇਉਂ ਕਰੋ ਵੀ ਜੋ ਗੁਰਮਤ ਦਾ ਆਸ਼ਾ ਹੈ ਨਾ ਗੁਰੂ ਦੇ ਆਸ਼ੇ ਮੁਤਾਬਕ ਜੋ ਗੁਰਮਤ ਹੈ ਉਹਦੇ ਮੁਤਾਬਕ ਜੋ ਵੀ ਉਚਰੋ ਬਾਣੀ ਲਿਖੈ ਸੁਧਾਰ। ਇਉਂ ਕਰੋ ਚਲੋ ਤੁਸੀਂ ਬਾਣੀ ਆਪਣੀ ਬੋਲ ਕੇ ਵਿਚਾਰ ਕੇ ਦੱਸੋ ਤਾਂ ਕਿ ਅਸੀਂ ਸੁਧਾਰ ਕੇ ਚੰਗੀ ਤਰ੍ਹਾਂ ਉਸ ਨੂੰ ਲਿਖ ਸਕੀਏ। ਸੁਨ ਕਾਨਾ ਮਨ ਗਰਬਤ ਭਇਓ।
ਇਹਨਾਂ ਦਾ ਹੁਣ ਚੌਹਾਂ ਦਾ ਮੁਖੀ ਸੀ ਕਾਨ੍ਹਾ ਭਗਤ। ਇਤਿਹਾਸ ਵਿੱਚ ਇਹ ਵੀ ਲਿਖਤਾ ਇਸ ਤਰ੍ਹਾਂ ਆਉਂਦੀ ਹੈ ਵੀ ਇਹ ਚੰਦੂ ਦਾ ਰਿਸ਼ਤੇਦਾਰ ਵੀ ਲੱਗਦਾ ਸੀ। ਇਹਨੂੰ ਐਂ ਵੀ ਸੀ ਵੀ ਮੇਰਾ ਰਿਸ਼ਤੇਦਾਰ ਚੰਦੂ ਹੈ ਤੇ ਜਿਹੜਾ ਬਾਦਸ਼ਾਹ ਦਾ ਸੂਬੇ ਦਾ ਮੁੱਖ ਵਜ਼ੀਰ ਹੈ, ਤੇ ਹੁਣ ਇਹ ਸਿਆਸੀ ਤੌਰ ਤੇ ਵੀ ਇਹਦਾ ਚੰਗਾ ਬੋਲਬਾਲਾ ਸੀ। ਇਹ ਸੁਣ ਕੇ ਕਾਨ੍ਹਾ ਭਗਤ ਮਨ ਵਿੱਚ ਹੰਕਾਰ ਦੇ ਸਹਿਤ ਹੋਇਆ। ਜੋ ਬੋਲਿਓ ਹਮ ਲਿਖ ਇਤ ਦਇਓ, ਕਹਿਣ ਲੱਗਿਆ ਜੋ ਬੋਲਿਓ। ਹਾਂ, ਸੰਤ ਰੇਣ ਜੀ ਕਹਿੰਦੇ ਫਿਰ ਉਹਨੇ ਜੋ ਬੋਲੇ ਕਾਨ੍ਹੇ ਨੇ ਉਹ ਭਾਈ ਅਸੀਂ ਇੱਥੇ ਇਸ ਗ੍ਰੰਥ ਇਤਿਹਾਸਕ ਗ੍ਰੰਥ ਵਿੱਚ ਲਿਖ ਦਿੱਤੇ ਹਨ। ਕਾਨ੍ਹਿਓ ਵਾਚ, ਭਾਵ ਇਹ ਜਿਹੜਾ ਕਾਨ੍ਹਾ ਭਗਤ ਹੈ, ਵਾਚ ਉਹਦੇ ਬਚਨ ਉਹ ਕਹਿ ਰਿਹਾ ਹੈ, ਮੈਂ ਹੂੰ ਬ੍ਰਹਮ ਸਰਬ ਕਾ ਕਰਤਾ, ਕਿ ਮੈਂ ਹੀ ਬ੍ਰਹਮ ਹਾਂ ਜੋ ਸਾਰਿਆਂ ਦਾ ਕਰਤਾ ਰੂਪ ਹੈ। ਸਗਲ ਜਗਤ ਮੇਰੇ ਤੇ ਜਾਨ, ਸਾਰਾ ਜਗਤ ਤੇ ਜਾਣੂ ਮੇਰੇ ਤੋਂ ਹੀ ਹੋਇਆ। ਆਪ ਜੀ ਨੇ ਕੁਝ ਦਿਨ ਪਹਿਲਾਂ ਇੱਕ ਗੱਲ ਸੁਣੀ ਸੀ ਵਿਦਾਂਤ ਦੀ। ਇਹ ਜਿਹੜਾ ਕਾਨ੍ਹਾ ਭਗਤ ਸੀ ਇਹ ਵਿਦਾਂਤ ਪੜ੍ਹਿਆ ਹੋਇਆ ਸੀ ਤੇ ਅਵਸਥਾ ਉੱਡੀ ਹੈ ਨਹੀਂ ਸੀ। ਉਹੀ ਗੱਲ ਵਿਦਾਂਤ ਵਾਲਿਆਂ ਦੀ ਮਨ ਵਿੱਚ ਘਰ ਕਰ ਗਈ, ਅਹੰ ਬ੍ਰਹਮਸਮੀ, ਮੈਂ ਹੀ ਬ੍ਰਹਮ ਹਾਂ। ਤੇ ਮਹਾਰਾਜ ਨੇ ਦੇਖੋ ਇਹ ਅਸਲ ਵਿੱਚ ਹੈ ਤਾਂ ਜਿਹੜਾ ਕੋਈ ਆਤਮ ਪਦ ਵਿੱਚ ਪਹੁੰਚਿਆ, ਬ੍ਰਹਮ ਚ ਅਭੇਦ ਹੋਇਆ, ਉਹ ਮੁੱਖੋਂ ਕਹੇ ਮੈਂ ਹੀ ਬ੍ਰਹਮ ਹਾਂ। ਜਾਂ ਮੁਸਲਮਾਨਾਂ ਵਿੱਚ ਆਉਂਦਾ ਅਨਲ ਹੱਕ, ਸਮਸਤਰ ਬੇਜ ਨੇ ਲਾਇਆ ਸੀ ਨਾ ਨਾਰਾ ਅਨਲ ਹੱਕ ਦਾ, ਉਹਦੀ ਚਮੜੀ ਲਾਤੀ ਸੀ। ਤੂੰ ਇਹ ਕੀ ਕਹੀ ਜਾਂਦਾ, ਮੈਂ ਅੱਲਾ। ਲੇਕਿਨ ਉਹ ਉਸ ਭਾਵ ਦੇ ਵਿੱਚ ਸੁਰਤੀ ਹੈ। ਇਸੇ ਤਰ੍ਹਾਂ ਵਿਦਾਂਤ ਵਾਲੇ ਕਹਿੰਦੇ ਅਹੰ ਬ੍ਰਹਮਸਮੀ, ਮੈਂ ਹੀ ਬ੍ਰਹਮ ਹਾਂ। ਤੇ ਉਹ ਹੁਣ ਜਿਹੜਾ ਤਾਂ ਬ੍ਰਹਮ ਚ ਅਭੇਦ ਪੁਰਸ਼ ਹੈ ਉਹ ਤਾਂ ਕਹਿ ਸਕਦਾ, ਕਿਉਂਕਿ ਉੱਥੇ ਹੁਣ ਹੈ ਹੀ ਬ੍ਰਹਮ। ਉਹਦਾ ਆਪ ਜੀ ਨੂੰ ਕਥਾ ਦੇ ਵਿੱਚ ਐਸੀ ਬਾਤਾਂ ਮਿਲ ਜਾਂਦੀਆਂ ਨੇ ਕਿ ਉਹ ਅੰਤਸ਼ਕਰਨ ਵੀ ਖਤਮ ਕੀਤਾ ਹੁੰਦਾ, ਮਾਨ ਬੁੱਧ ਚਿੱਤ ਅਹੰ ਚਾਰੇ ਰੂਪ ਉਹਦੇ ਖਤਮ ਹੋ ਚੁੱਕੇ ਆ। ਤੇ ਉਹ ਹੈ ਹੀ ਆਪਾ ਭਾਵ ਹੀ ਉਹਦਾ ਖਤਮ ਹੋਇਆ ਪਿਆ। ਜਿਹੜਾ ਆਪਾਂ ਕਹਿੰਦੇ ਆਪਾ ਭਾਵ ਖਤਮ ਕਰ ਦੇਵੇ, ਚਾਰੇ ਹੀ ਮਾਨ ਵੀ ਬੁੱਧ ਵੀ ਚਿੱਤ ਅਹੰ ਤੇ ਅੰਤਸ਼ਕਰਨ ਦਾ ਹੀ ਆਭਾਸ ਕੀਤਾ ਹੋਇਆ। ਇਸ ਕਰਕੇ ਜਿਹਨੇ ਅੰਤਸ਼ਕਰਨ ਦਾ ਆਭਾਸ ਕਰ ਦਿੱਤਾ ਉਹ ਗੁਰਮੁਖੋ ਕਰਮ ਕਰਦਾ ਹੋਇਆ ਵੀ ਨਿਹ ਕਰਮ ਹੈ, ਉਹਦੇ ਤੇ ਕਿਸੇ ਕਰਮ ਦਾ ਅਸਰ ਨਹੀਂ। ਬ੍ਰਹਮ ਗਿਆਨੀ ਪੁਰਸ਼ ਦੇ ਉੱਤੇ ਜਿਹੜਾ ਅਧਿਕਾਰੀ ਪੁਰਸ਼ ਹੈ ਉਹਦੇ ਤੇ ਕਿਸੇ ਗੱਲ ਦਾ ਅਸਰ ਨਹੀਂ ਹੁੰਦਾ। ਪ੍ਰਾਤਨ ਇਤਿਹਾਸ ਖਾਲਸੇ ਦਾ ਜਦੋਂ ਪੜ੍ਹਦੇ ਆ ਵੀ ਖਾਲਸੇ ਨੇ ਫਲਾਨੀ ਜਗ੍ਹਾ ਸ਼ਿਕਾਰ ਕੀਤਾ ਤੇ ਉੱਥੇ ਉਹਨਾਂ ਨੇ ਫਿਰ ਉਹ ਸ਼ਿਕਾਰ ਕਰਕੇ ਮਾਰ ਛਕਿਆ, ਤੇ ਜਾਂ ਆਪਾਂ ਕਹਿੰਦੇ ਤੀਜੇ ਪੈਰ ਖਾਲਸਾ ਉੱਠਿਆ, ਫਿਰ ਭੰਗਾਂ ਛਕੀਆਂ ਖਾਲਸੇ ਨੇ, ਤੇ ਭੰਗ ਛਕਣ ਵਾਲਿਆਂ ਦੀ ਹੋਈ ਨਾਂ ਤੇ ਭੰਗੀ ਮਿਸਲ ਵੀ ਬਣ ਗਈ। ਭਾਵੇਂ ਕਿ ਇਹ ਭੰਗੀ ਜਿਹੜੇ ਸਨ ਢਿੱਲੋਂ ਗੋਦ ਦੇ ਜੱਟ ਜ਼ਿਮੀਂਦਾਰ ਪਰਿਵਾਰ ਵਿੱਚੋਂ ਸੀ, ਤੇ ਕਿੱਡੀਆਂ ਕਿਰਪਾ ਹੁੰਦੀਆਂ। ਹੁਣ ਕਹਿਣ ਦਾ ਭਾਵ ਹੈ ਕਿ ਉਹ ਅਧਿਕਾਰੀ ਸਨ। ਉਹ ਉਸ ਅਵਸਥਾ ਵਿੱਚ ਚਲੇ ਗਿਆ ਖਾਲਸਾ ਜਿੱਥੇ ਭਾਈ ਨਾ ਮਾਸ ਦਾ ਨਾ ਭੰਗ ਦਾ ਆਤਮਿਕ ਤੌਰ ਤੇ ਅਸਰ ਕੋਈ ਨਹੀਂ ਹੈ। ਤੇ ਹੁਣ ਇੱਥੇ ਕੀ ਹੁੰਦਾ ਹੈ, ਜਿਹੜੇ ਅਧਿਕਾਰੀ ਹੈ ਨਹੀਂ ਗੇ ਅਜੇ ਉਸ ਅਵਸਥਾ ਦੇ ਮਾਲਕ ਨਹੀਂ, ਅਜੇ ਜਿਗਿਆਸਾ ਭਾਵ ਵਿੱਚ ਉਹ ਕਹਿੰਦੇ ਨਾ ਉਹ ਵੀ ਤਾਂ ਛਕਦੇ ਰਹੇ ਆ, ਫਿਰ ਖਾਓ ਪੀਓ ਵੀ। ਆ ਪਿੱਛੇ ਜੇ ਇੱਕ ਬੜਾ ਹੋਇਆ, ਉਹ ਕੋਈ ਮੱਛੀ ਖਾਈ ਜਾਂਦਾ ਸੀ, ਦੁਕਾਨ ਤੇ ਬੈਠਾ ਰੌਲਾ ਪੈ ਗਿਆ, ਉਹ ਲੱਗ ਗਿਆ ਖਾਲਸਾ। ਉਹ ਫਿਰ ਇੱਕ ਨਿਹੰਗ ਸਿੰਘ ਨੇ ਭਾਈ ਇਹ ਖਾਲਸਾ ਛਕਦਾ ਸੀ ਸ਼ਿਕਾਰ ਕਰਕੇ, ਦੁਕਾਨਾਂ ਤੋਂ ਖਰੀਦ ਕੇ ਨਹੀਂ ਛਕਦਾ। ਜਾਂ ਤਾਂ ਫਿਰ ਦੇਖ ਪੈਂਤਰਾ ਹੋ ਅਧਿਕਾਰੀ ਬਣ, ਖਾਲਸਾ ਬਣ, ਭੁਜੰਗੀ, ਘਰ ਦਾ ਮੋਹ ਤਿਆਗ, ਫੌਜਾਂ 'ਚ ਸ਼ਾਮਲ ਹੋ ਜਾ ਤੇ ਸ਼ਿਕਾਰ ਕਰ, ਵੱਢ ਫਿਰ ਗਰਦਨ ਆਪ ਪਤਾ ਲੱਗੇ ਤੈਨੂੰ। ਉੱਥੇ ਤਾਂ ਮੂੰਹ ਪਰੇ ਨੂੰ ਕਰ ਲੈ, ਅੱਖਾਂ ਬੰਦ ਕਰ ਲੇਗਾ। ਨਹੀਂ ਜੀ, ਇਹ ਕੰਮ ਨਹੀਂ ਦੇਖ ਹੁੰਦਾ ਤੇ ਖਾਣਾ ਹੀ ਸੁਕਾਲਾ। ਇਸ ਕਰਕੇ ਇਹ ਤਾਂ ਜੇ ਬੜੀ ਲੰਮੀ ਬਹਿਸ ਦਾ ਮੁੱਦਾ ਹੈ ਕਿ
ਅਧਿਕਾਰੀ ਕੌਣ ਹੈ, ਅਣਅਧਿਕਾਰੀ ਕੌਣ ਹੈ। ਹੁਣ ਤਾਂ ਸਾਰੇ ਹੀ ਆਪਦੇ ਆਪ ਨੂੰ ਅਧਿਕਾਰੀ ਸਮਝਦੇ ਆ। ਖਾਲਸਾ ਅਧਿਕਾਰੀ ਹੈ ਉਹ ਜਿਹੜਾ ਫੌਜ ਦੇ ਵਿੱਚ ਸ਼ਾਮਲ ਹੋਇਆ। ਹੁਣ ਵੀ ਆਪਾਂ ਦੇਖੋ ਦੁਨਿਆਵੀ ਤੌਰ ਤੇ ਹੀ ਲੈ ਲਓ, ਜਿਹੜੇ ਹੁਣ ਫੌਜ ਦੇ ਵਿੱਚ ਮੌਜੂਦ ਨੇ, ਭਰਤੀ ਹੈ, ਉਹ ਉੱਥੇ ਸਰਹੱਦ ਤੇ ਗੋਲੀਆਂ ਚਲਾਉਂਦੇ ਆ, ਕਿੰਨਾ ਦੁਸ਼ਮਣ ਨੂੰ ਮਾਰੀ ਜਾਂਦੇ ਆ, ਕੋਈ ਕੇਸ ਤਾਂ ਨਹੀਂ ਦਰਜ ਹੁੰਦਾ ਉਹਨਾਂ ਤੇ। ਹੁਣ ਇੱਥੇ ਚਾਹੇ ਕੋਈ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਹੀ ਆ ਗਿਆ, ਉਹ ਮਾਰ ਕੇ ਦਿਖਾਵੇ ਤਾਂ ਕਿਸੇ ਨੂੰ, ਕਿਉਂਕਿ ਉਹਦਾ ਅਧਿਕਾਰ ਖੇਤਰ ਖਤਮ ਹੋ ਚੁੱਕਿਆ। ਦੂਜਾ ਤਾਂ ਚਲੋ ਸਿਵਲ ਵਾਲੇ ਆਪਾਂ ਤਾਂ ਕਰ ਹੀ ਕੀ ਸਕਦੇ ਆ, ਚਾਹੇ ਕੋਈ ਫੌਜ ਦਾ ਰਹਿ ਵੀ ਚੁੱਕਿਆ ਪਹਿਲਾਂ, ਲੇਕਿਨ ਅੱਜ ਉਹ ਫੌਜ ਵਿੱਚ ਨਹੀਂ ਹੈ, ਉਹਦਾ ਵੀ ਅਧਿਕਾਰ ਹੈ ਨਹੀਂ। ਇਹ ਉਹਨਾਂ ਨੂੰ ਅਧਿਕਾਰ ਹੈ ਕਿਉਂਕਿ ਉਹ ਇਸ ਸਮੇਂ ਸਰਕਾਰ ਨੇ ਅਧਿਕਾਰ ਦਿੱਤੇ ਹੋਏ। ਇਸੇ ਤਰ੍ਹਾਂ ਭਾਈ ਜਿਹੜਾ ਅਧਿਕਾਰੀ ਹੈ ਉਹ ਗੁਰੂ ਕਾ ਖਾਲਸਾ ਹੈ, ਜਿਹੜਾ ਫੌਜ ਵਿੱਚ ਖਾਲਸਾਈ ਫੌਜ 'ਚ ਭਰਤੀ ਹੈ, ਤੇ ਫਿਰ ਉਹਨਾਂ ਦੇ ਅਸੂਲਾਂ ਮੁਤਾਬਕ ਰਹਿ ਕੇ ਉਹ ਆਪ ਸ਼ਿਕਾਰ ਕਰਦਾ, ਝਟਕਦਾ ਤੇ ਖਾਂਦੇ, ਜੰਗਾਂ ਯੁੱਧਾਂ ਨੂੰ ਚੜ੍ਹਦੇ। ਇਹ ਅਧਿਕਾਰੀ ਹੈ, ਅਧਿਕਾਰ ਹੈ। ਤੇ ਹੁਣ ਫਿਰ ਇੱਥੇ ਸਵਾਲ ਹੋ ਜਾਂਦਾ ਹੈ, ਕਈ ਕਹਿਣਗੇ ਵੀ ਇਹ ਜਿਹੜੇ ਨਿਹੰਗ ਸਿੰਘ ਹੁਣ ਛਕਦੇ ਆ, ਖਾਂਦੇ ਆ, ਵੀ ਇਹ ਕਿਹੜੇ ਜੰਗ ਕਰਦੇ ਨੇ। ਜੰਗ ਨਹੀਂ ਕਰਦੇ, ਪਰ ਇਹਨਾਂ ਨੇ ਉਸ ਪੁਰਾਤਨ ਪਰੰਪਰਾ ਵਿਧੀ ਨੂੰ ਜਿਉਂਦਾ ਰੱਖਿਆ ਹੋਇਆ। ਵਰਨਾ ਤੁਹਾਨੂੰ ਪਤਾ ਹੈ ਵੀ ਖਾਲਸਾਈ ਫੌਜ ਕਿਹੋ ਜਿਹੀ ਹੁੰਦੀ ਸੀ। ਇਹ ਨਿਹੰਗ ਸਿੰਘਾਂ ਦੇ ਜੱਥੇ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਆਹ ਸਾਡੀ ਖਾਲਸਾਈ ਫੌਜ ਹੈ, ਤੇ ਆਹ ਉਹ ਕੰਮ ਕਰਦੀ ਸੀ। ਇਉਂ ਤੰਬੂ ਲਾ ਕੇ ਰਹਿੰਦੇ ਸੀ, ਤੇ ਜਿਹੜੇ ਬਹੁਤੀਆਂ ਗੱਲਾਂ ਮਾਰਦੇ ਉਹ 10 ਦਿਨ ਵੀ ਨਿਹੰਗਾਂ ਦੇ ਵਿੱਚ ਕੱਢ ਨਹੀਂ ਸਕਦੇ। 10 ਦਿਨ ਰਹਿ ਕੇ ਵੇਖ ਲੈਣ ਉੱਥੇ। ਜਿੰਨਾ ਨਿਹੰਗ ਸਿੰਘ ਕਲਗੀਧਰ ਪਾਤਸ਼ਾਹ ਨੂੰ ਯਾਦ ਕਰਦੇ, ਕੋਈ ਨਹੀਂ ਕਰਦਾ ਉਹਨਾਂ। ਰਹੋ ਵਿਚਾਰ, ਇਹ ਗੁਰਮੁਖੋ ਅਧਿਕਾਰੀ ਪੁਰਸ਼ ਦੀ ਬਾਤ ਹੁੰਦੀ ਹੈ। ਗੱਲ ਚੱਲ ਰਹੀ ਸੀ ਮਾਹੀ ਬ੍ਰਹਮ ਦਾ, ਇੱਥੇ ਭਾਵ ਅਹੰ ਬ੍ਰਹਮਸਮੀ। ਕਾਨਾ ਕਹਿੰਦਾ ਮੈਂ ਹੂੰ ਬ੍ਰਹਮ ਸਰਬ ਕਾ ਕਰਤਾ, ਸਕਲ ਜਗਤ ਮੇਰੇ ਤੇ ਜਾਨ। ਮੈਂ ਹੂੰ ਬ੍ਰਹਮ ਸਰਬ ਕਾ ਕਰਤਾ, ਮੈਂ ਹੀ ਬ੍ਰਹਮ ਹਾਂ ਤੇ ਸਾਰਿਆਂ ਦਾ ਕਰਤਾ ਮੈਂ ਹੀ ਹਾਂ। ਉਹ ਹੁਣ ਇਸ ਗੱਲ ਕਹਿਣ ਦਾ ਜੇ ਅਧਿਕਾਰੀ ਹੈ ਨਹੀਂ ਸੀ, ਸਿਰਫ ਸੁਣੀ ਸੁਣਾਈ ਵਿਦਾਂਤ ਪੜ੍ਹ ਕੇ ਗੱਲ ਕਹਿਣੀ ਸ਼ੁਰੂ ਕਰਤੀ। ਹੁਣ ਜਿਵੇਂ ਮੰਨ ਲਓ ਇੱਥੇ ਹੁਣ ਆਪਾਂ ਵਿਦਾਂਤ ਦੀ ਗੱਲ ਪੜ੍ਹ ਲਈ, ਅਹੰ ਬ੍ਰਹਮਸਮੀ ਦੀ, ਤੇ ਮਹਾਰਾਜ ਦੀ ਰਜਾ ਮਹਾਰਾਜ ਦਰਜ ਵੀ ਕਰ ਦਿੰਦੇ, ਤਾਂ ਇਹ ਤਾਂ ਫਿਰ ਉਹੀ ਕਹਿ ਸਕਦੇ ਸੀ ਨਾ ਜਿਹੜੇ ਭੇਦ ਨੇ, ਕਿ ਹੁਣ ਆਪਾਂ ਵੀ ਲੱਗ ਜਾਣਾ ਸੀ ਕਹਿਣ ਬਾਣੀ 'ਚ ਲਿਖਿਆ ਜੀ ਅਹੰ ਬ੍ਰਹਮਸਮੀ, ਮੈਂ ਹੀ ਬ੍ਰਹਮ, ਤੇ ਇਸ ਜਗ੍ਹਾ ਬ੍ਰਹਮ। ਪਰ ਅਜੇ ਆਪਾਂ ਉਹ ਅਧਿਕਾਰੀ ਬਣੇ ਨਹੀਂ, ਅਜੇ ਭੇਦਤਾ ਬ੍ਰਹਮ ਵਿੱਚ ਹੋਈ ਨਹੀਂ। ਜਦੋਂ ਬ੍ਰਹਮ 'ਚ ਭੇਦਤਾ ਹੋ ਗਈ, ਉਸ ਸਮੇਂ ਮੁੱਖੋਂ ਨਿਕਲ ਸਕਦਾ ਅਹੰ ਬ੍ਰਹਮਸਮੀ, ਮੈਂ ਹੀ ਬ੍ਰਹਮ, ਕਿਉਂਕਿ ਉਦੋਂ ਉਹਦਾ ਆਪਾ ਹੀ ਭਾਵ ਖਤਮ ਹੈ, ਉਦੋਂ ਹੈ ਹੀ ਬ੍ਰਹਮ। ਤੇ ਗੁਰੂ ਕਿਆਂ ਨੇ ਫੇਰ ਵੀ ਇੱਥੇ ਆ ਕੇ ਕਹਿਤਾ ਵੀ ਜੇ ਇਸ ਭਾਵ ਵਿੱਚ ਵੀ ਹੈ ਕੋਈ ਫੇਰ ਬਣਾ ਕਹੇ, ਕਿਉਂਕਿ ਜੁਗਿਆਸੂ ਤੇ ਅਸਰ ਗਲਤ ਹੋ ਸਕਦਾ ਹੈ। ਮੰਨ ਲਓ ਕੋਈ ਇੱਥੇ ਆ ਵੀ ਜਾਵੇ ਅਭੇਦ ਪੁਰਸ਼ ਬ੍ਰਹਮ ਗਿਆਨੀ, ਉਹ ਕਹਿ ਦੇ ਵੀ ਮੈਂ ਹੀ ਬ੍ਰਹਮ ਹਾਂ, ਲੇਕਿਨ ਸੁਣਨ ਵਾਲੇ ਤਾਂ ਜੇ ਉਹ ਅਵਸਥਾ 'ਚ ਹੈ ਨਹੀਂ, ਫਿਰ ਉਹ ਵੀ ਕਹਿਣਾ ਸ਼ੁਰੂ ਕਰ ਦੇਣਾ ਅਹੰ ਬ੍ਰਹਮਸਮੀ, ਫਿਰ ਵੀ ਗਲਤ ਹੈ। ਤਾਂ ਮਹਾਰਾਜ ਨੇ ਵਿਦਾਂਤ ਦਾ ਰੂਪ ਦੇਖੋ ਕਿਸ ਢੰਗ ਨਾਲ ਕਿਹਾ, ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਇਹ ਹੁਣ ਆਪਾਂ ਰੋਜ਼ ਪੜ੍ਹੀ ਚੱਲੀਏ, ਹਉਮੈ ਤਾਂ ਨਹੀਂ ਪੈਦਾ ਹੁੰਦੀ। ਨਿਰਗੁਣ ਆਪ ਸਰਗੁਣ ਭੀ ਉਹੀ, ਵੀ ਨਿਰਗੁਣ ਵੀ ਉਹੀ ਹੈ, ਸਰਗੁਣ ਵੀ ਉਹੀ ਹੈ। ਤਾਂ ਅਹੰ ਬ੍ਰਹਮਸਮੀ ਦਾ ਹੀ ਰੂਪ ਬਦਲ ਕੇ ਮਹਾਰਾਜ ਨੇ ਕਿੰਨੇ ਸੋਹਣੇ ਢੰਗ ਨਾਲ ਇਹ ਬਚਨ ਲਿਖ ਦਿੱਤੇ, ਤਾਂ ਕਿ ਜਗਿਆਸੂ ਵੀ ਪੜੂ, ਗੁਰਮੁਖ ਵੀ ਗੁਰਮੁਖ ਅਭੇਦ ਉਸ ਭਾਵਨਾ 'ਚ ਸਮਝ ਲੂ, ਜਗਿਆਸੂ ਅੰਦਰ ਹਉਮੈ ਨਹੀਂ ਆਊਗੀ ਪੜ੍ਹ ਕੇ ਇਹ ਸ਼ਲੋਕ। ਤੇ ਇਸ ਸ਼ਲੋਕ ਵਿੱਚ ਮਹਾਰਾਜ ਨੇ ਵਿਦਾਂਤ ਦੇਤਾ। ਇਹ ਗੱਲ ਪਹਿਲਾਂ ਚੱਲੀ ਸੀ, ਇੱਥੇ ਹੁਣ ਉਹ ਆ ਗਈ। ਕਾਨਾ ਕਹਿੰਦਾ ਮੈਂ ਹੂੰ ਬ੍ਰਹਮ ਸਰਬ ਕਾ ਕਰਤਾ, ਸਕਲ ਜਗਤ ਮੇਰੇ ਤੇ ਜਾਨ। ਮੈਂ ਬ੍ਰਹਮ ਸਰਬ ਕਾ ਕਰਤਾ ਹਾਂ, ਸਾਰਾ ਜਿਹੜਾ ਜਗਤ ਹੈ ਉਹ ਮੇਰੇ ਤੋਂ ਹੀ ਜਾਣ ਲਓ। ਸਕਲ ਅਰਾਧੈ ਮੇਰੇ ਤਾਈ, ਅਬ ਮੈਂ ਹੋਇਓ ਕਾਨਾ ਆਨ। ਸਾਰੇ ਮੈਨੂੰ ਹੀ ਅਰਾਧਦੇ ਹਨ, ਜਿੰਨੇ ਵੀ ਹੈ, ਕਿਉਂਕਿ ਜਦੋਂ ਭੇਦ
ਬ੍ਰਹਮ ਵਿੱਚ ਆ ਤਾਂ ਫਿਰ ਬ੍ਰਹਮ ਨੂੰ ਹੀ ਆਰਾਧਿਆ ਸਾਰੇ। ਉਹਨੇ ਸੁਣੀ ਸੁਣਾਈ ਗੱਲ ਕਹਿਤੀ ਵਿਦਾਂਤ ਵਾਲਿਆਂ ਦੀ ਸੁਣ ਕੇ, ਸਕਲ ਆਰਾਧੈ ਮੇਰੇ ਤਾਈ, ਜਿੰਨੇ ਵੀ ਆਰਾਧਨਾ ਕਰਦੇ ਹੋ ਮੈਨੂੰ ਹੀ ਆਰਾਧਦੇ ਨੇ। ਅਬ ਮੈਂ ਹੋਇਓ ਕਾਨਾ ਆਨ, ਹੁਣ ਮੈਂ ਕਾਨਾ ਰੂਪ ਹੋ ਕੇ ਆਇਆ ਇੱਥੇ। ਤੇ ਗੁਰੂ ਮਹਾਰਾਜ ਨੇ ਕਿਤੇ ਵੀ ਨਹੀਂ ਇਹ ਕਿਹਾ ਵੀ ਅਸੀਂ ਪਰਮਾਤਮਾ ਦਾ ਸਰੂਪ ਹੈ। ਜੇ ਕਿਤੇ ਬਚਨ ਸਾਡੇ ਗਿਆਤ ਲਈ ਮਹਾਰਾਜ ਨੇ ਦੇਖੋ ਕਿਰਪਾ ਕੀਤੀ, ਇਹ ਕਿਹਾ ਵੀ ਭਾਈ ਗੁਰ ਪਰਮੇਸ਼ਰ ਏਕੋ ਜਾਨ। ਇਹ ਵੀ ਵਿਦਾਂਤ ਦਾ ਭਾਵ ਹੀ ਦੇਤਾ ਕਿ ਗੁਰੂ ਤੇ ਪਰਮੇਸ਼ਰ ਦਾ ਕੋਈ ਫਰਕ ਨਹੀਂ ਹੈ। ਪਰ ਇਹ ਨਹੀਂ ਨਾਲ ਕਿਹਾ ਵੀ ਅਸੀਂ ਗੁਰੂ ਆ, ਸਾਨੂੰ ਤੇ ਪਰਮੇਸ਼ਰ ਨੂੰ ਇੱਕ ਜਾਣੋ। ਉਹ ਤਾਂ ਜਗਿਆਸੂ ਨੇ ਜਦੋਂ ਪੜ੍ਹਨਾ ਇਹਦੀ ਭਾਵਨਾ ਜਾਗਣੀ ਹੈ ਵੀ ਸਤਿਗੁਰੂ ਮੇਰੇ ਤੇ ਪਰਮੇਸ਼ਰ 'ਚ ਕੋਈ ਫਰਕ ਨਹੀਂ, ਨਿਰਗੁਣ ਆਪ ਸਰਗੁਣ ਵੀ ਉਹੀ। ਇੱਥੇ ਹੁਣ ਕਾਨਾ ਭਗਤ ਕਹਿੰਦਾ ਸਕਲ ਆਰਾਧੈ ਮੇਰੇ ਤਾਈ, ਸਾਰੇ ਮੈਨੂੰ ਹੀ ਆਰਾਧਦੇ ਨੇ। ਅਬ ਮੈਂ ਹੋਇਓ ਕਾਨਾ, ਹੁਣ ਮੈਂ ਕਾਨਾ ਹੋ ਕੇ ਆਇਆ ਹਾਂ। ਚੌਪਈ ਸੁਨ ਗੁਰ ਕਹਿਓ ਜੇ ਗਿਆਨ ਵਿਚਾਰੈ। ਗੁਰੂ ਮਹਾਰਾਜ ਸੁਣ ਕੇ ਕਹਿਣ ਲੱਗੇ ਭਾਈ ਜੇ ਗਿਆਨ ਦੀ ਵਿਚਾਰ ਕਰੇ, ਬ੍ਰਹਮ ਇਤਰ ਕਛ ਨਾਹਿ ਨਿਹਾਰੈ। ਫਿਰ ਤਾਂ ਇਹੀ ਹੈ ਕਿ ਬ੍ਰਹਮ ਤੋਂ ਬਿਨਾ ਹੋਰ ਕੁਝ ਨਹੀਂ ਵੇਖਦੇ। ਤਉ ਹਮਰੇ ਪਰਮਾਨ ਨ ਇਹ ਹੈ। ਪਰ ਫਿਰ ਵੀ ਇਹ ਸਾਡੇ ਘਰ ਵਿੱਚ ਮਹਾਰਾਜ ਕਹਿੰਦੇ ਇਹ ਬਚਨ ਪ੍ਰਵਾਨ ਨਹੀਂ ਹਨ। ਪਠੈ ਸਿੱਖ ਅਭਿਮਾਨ ਵਧੇ ਹੈ, ਕਿ ਜੇ ਕੋਈ ਸਿੱਖ ਜਗਿਆਸੂ ਪੜ੍ਹੇਗਾ ਉਹਦੇ ਅੰਦਰ ਮਹਾਰਾਜ ਕਹਿੰਦੇ ਪੜ੍ਹਨ ਦੇ ਨਾਲ ਅਭਿਮਾਨ ਵੱਧ ਜਾਵੇਗਾ। ਇਸ ਪਰ ਸੁਨ ਦ੍ਰਿਸ਼ਟਾਂਤ ਹਮਾਰੋ। ਮਹਾਰਾਜ ਕਹਿੰਦੇ ਐ ਕਾਨਾ ਭਗਤ ਇਹਦੇ ਤੇ ਭਾਈ ਸਾਡਾ ਇੱਕ ਦ੍ਰਿਸ਼ਟਾਂਤ ਸੁਣ ਲੈ। ਬ੍ਰਹਮ ਗਿਆਨ ਕ੍ਰਿਤ ਸਮ ਨਿਰਧਾਰੋ। ਜੋ ਬ੍ਰਹਮ ਗਿਆਨ ਹੈ ਐ ਕਾਨੇ ਭਗਤ ਉਹਨੂੰ ਘਿਓ ਵਾਂਗੂ ਜਾਣ ਲੈ। ਘਿਓ ਹੁਣ ਕੀ ਹੁੰਦਾ? ਤੱਤ ਵਸਤੂ ਹੁੰਦੀ ਹੈ। ਜਿਹੜਾ ਘਿਓ ਹੈ ਉਹ ਦੁੱਧ ਦੇ ਵਿੱਚੋਂ ਤੱਤ ਨਿਕਲ ਆਉਂਦਾ ਨਾ, ਇਸ ਕਰਕੇ ਬਚਨ ਆਉਂਦੇ ਆ ਸੰਤੋ ਮਾਖਣ ਖਾਇਆ ਛਾਸ ਪੀਐ ਸੰਸਾਰ। ਉਹਦਾ ਭਾਵ ਕੀ ਹੈ? ਜਿਹੜਾ ਗੁਰਮੁਖ ਪੁਰਸ਼ ਹੈ ਉਹ ਤਾਂ ਤੱਤ ਵਸਤੂ ਨੂੰ ਲੈ ਲੈਂਦਾ, ਤੇ ਜਿਹੜਾ ਸੰਸਾਰ ਉਹ ਛਾਸ ਲੱਸੀ। ਭਾਵੇਂ ਕਿ ਉਹ ਆਪਾਂ ਟੈਕਨੀਕਲ ਤੌਰ ਤੇ ਦੇਖੀਏ ਤਾਂ ਗੁਣਕਾਰੀ ਹੈ, ਪਰ ਉਹਦਾ ਭਾਵ ਦੱਸਿਆ। ਇਹ ਤਾਂ ਇੱਕ ਸਿਰਫ ਪ੍ਰਮਾਣ ਦੇ ਕੇ, ਜਿਵੇਂ ਹੁਣ ਆਪਾਂ ਵੇਖਦੇ ਆ ਨਾ, ਇਸੇ ਕਰਕੇ ਜਿਹੜਾ ਮੱਖਣ ਤੇ ਲੱਸੀ ਦਾ ਫਰਕ ਦੇਖ ਲਓ। ਪੁਰਾਣੇ ਸਮਿਆਂ ਦੇ ਵਿੱਚ ਕੋਈ ਮੱਖਣ ਮੰਗਿਆ ਤਾਂ ਨਹੀਂ ਦਿੰਦਾ ਸੀ ਘਰਾਂ ਤੋਂ, ਲੱਸੀ ਦੇ ਡੋਲੂ ਆਮ ਭਰਾ ਲਿਆਉਂਦੇ ਹੁੰਦੇ ਸੀ ਆਂਢ ਗੁਆਂਢ ਤੋਂ। ਪਰ ਇਹ ਸੁਣਿਆ ਸੀ ਕਦੇ ਵੀ ਕਿਸੇ ਨੇ ਮੱਖਣ ਦੇਤਾ ਨਾ, ਉਹ ਕਹਿੰਦੇ ਲੱਸੀ ਆ ਲੈ ਜਾ। ਇੰਨੀ ਘਰਾਂ ਦੇ ਵਿੱਚ ਆਪਾਂ ਵੇਖਦੇ ਰਹੇ ਹਾਂ ਵੱਜ ਜਾਂਦੀ ਸੀ, ਇਹ ਆਪਾਂ ਬਲਦਾਂ ਨੂੰ ਪਿਆ ਦਿੰਦੇ ਹੁੰਦੇ ਸੀ ਪਸ਼ੂ। ਹੁਣ ਤਾਂ ਹੋਰ ਗੱਲ ਹੈ। ਤੋ ਕਹਿਣ ਦਾ ਭਾਵ ਇਹ ਹੈ ਕਿ ਫਿਰ ਵੀ ਉਹ ਮੰਗੀ ਮਿਲਦੀ ਸੀ ਨਾ, ਮੱਖਣ ਨਹੀਂ ਸੀ ਕੋਈ ਦਿੰਦਾ, ਕਿਉਂਕਿ ਤੱਤ ਨੂੰ ਤਾਂ ਕੋਈ ਵੀ ਦੇਣ ਨੂੰ ਤਿਆਰ ਨਹੀਂ। ਤੱਤ ਵਸਤੂ ਤਾਂ ਆਪਦੇ ਅੰਤਰੀਵ ਲਈ ਹੈ। ਸੰਤੋ ਮਾਖਣ ਖਾਇਆ ਛਾਸ ਪੀਐ ਸੰਸਾਰ। ਗੁਰੂ ਸਾਹਿਬ ਜੀ ਕਹਿੰਦੇ ਬ੍ਰਹਮ ਗਿਆਨ ਕ੍ਰਿਤ ਸਮ ਨਿਰਧਾਰੋ। ਇਹ ਜਾਣ ਲੈ ਜੋ ਬ੍ਰਹਮ ਗਿਆਨ ਹੈ ਇਹਨੂੰ ਘਿਓ ਦੇ ਸਮਾਨ ਨਿਰਧਾਰਤ ਕਰ ਲੈ। ਭਾਵ ਇਹ ਘਿਓ ਜਾਣ ਲੈ। ਕਾਫੀ ਹੰਕਾਰੀ ਖਾਵਹਿ ਜੋਏ। ਇਹ ਕਹਿੰਦੇ ਵੀ ਜੇ ਕੋਈ ਕਾਫੀ, ਜਿਵੇਂ 3 ਤਰ੍ਹਾਂ ਦੇ ਮੁੱਖ ਰੋਗ ਹੈ, ਵਾਤ ਪਿੱਤ ਤੇ ਕਫ। ਵਾਤ ਰੋਗ ਬੈਵਾਦੀ, ਪਿੱਤ ਰੋਗ ਗਰਮੈਸ਼ ਗਰਮੀ ਤੇ ਕਫ ਬਲਗਮ। ਵੈਦ ਕਹਿੰਦੇ ਨੇ ਸਰੀਰ ਰੋਗੀ ਉਦੋਂ ਹੁੰਦਾ ਜਦੋਂ ਇਹਨਾਂ ਤਿੰਨਾਂ ਚੋਂ ਕੋਈ ਵੱਧ ਜੇ ਗੁਰਮੁਖੋ ਬੈ ਵੱਧ ਗਈ ਤਾਂ ਵੀ ਸਰੀਰ ਰੋਗੀ ਹੁੰਦਾ ਹੈ। ਹੱਡ ਪੈਰ ਦੁਖਣੇ, ਇਹਦੇ ਚ ਬੈ ਦਾ ਵਾਧਾ ਹੋ ਗਿਆ। ਹੋਰ ਕਦੇ ਸਿਰ ਦੁਖਣ ਲੱਗ ਗਿਆ, ਕਦੇ ਕੁਛ ਹੋ ਗਿਆ, ਬੈ ਵੱਧ ਗਈ। ਜਾਂ ਫਿਰ ਪਿੱਤ, ਗਰਮੈਸ਼ ਵੱਧ ਜਾਂਦੀ ਹੈ, ਵੀ ਬੁਖਾਰ ਹੋ ਗਿਆ, ਟੈਂਪਰੇਚਰ ਹੋ ਗਿਆ, ਤਾਪਮਾਨ ਇਹਦਾ ਵੱਧ ਗਿਆ, ਗਰਮੀ ਵੱਧ ਗਈ, ਜਲਣ ਹੋਣੀ ਸ਼ੁਰੂ ਹੋ ਗਈ, ਹੋਰ ਇਹੋ ਜਿਹੀਆਂ ਕਾਰਨ, ਚੱਕਰ ਆ ਗਏ ਜੀ। ਇਹ ਵੈਦ ਕਹਿੰਦੇ ਪਿੱਤ ਰੋਗ ਦਾ ਵਧਣਾ। ਤੇ ਕਫ,
ਬਲਗਮ ਦਾ ਹੋ ਜਾਣਾ, ਦੰਦ ਜਾੜ, ਕੰਨ ਦੁਖਣੇ ਸ਼ੁਰੂ ਹੋ ਗਏ, ਹੋਰ ਕੋਈ ਛਾਤੀ ਦੀ ਪ੍ਰੋਬਲਮ ਆ ਗਈ, ਖੰਘ ਜ਼ੁਕਾਮ ਨਜ਼ਲਾ, ਇਹ ਕਫ ਵੱਧ ਗਈ ਨਾ। ਤੇ ਇਸ ਤਰ੍ਹਾਂ ਰੇਸ਼ਾ ਵੱਧ ਜਾਣਾ, ਗੋਡੇ ਦੁਖਣ ਲੱਗ ਗਏ, ਹੋਰ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ। ਤੇ ਇਹਨੂੰ ਫਿਰ ਕਹਿੰਦੇ ਨੇ ਕਿ ਕਫ ਦਾ ਵਾਧਾ ਹੋ ਗਿਆ ਇਹਦੇ ਵਿੱਚ। ਮਹਾਰਾਜ ਕਹਿੰਦੇ ਕਿ ਜਿਹੜਾ ਹੰਕਾਰੀ ਪੁਰਸ਼ ਹੈ, ਕਫ ਇੱਕ ਹੰਕਾਰ ਹੈ। ਤੇ ਘਿਓ ਜਿਹੜਾ ਹੈ ਨਾ, ਹੁਣ ਘਿਓ ਨੂੰ ਕਿਸੇ ਨੂੰ ਵੀ ਖਵਾ ਦਿਓ ਸਿੱਧਾ, ਕਿਸੇ ਨੂੰ ਗਰਮੈਸ਼ ਵਧੀ ਹੈ, ਵੈ ਵਧੀ ਹੈ, ਕਫ ਵਧੀ ਹੈ, ਸਿੱਧਾ ਘਿਓ ਖਵਾ ਦਿਓ, ਤਿੰਨੇ ਰੋਗ ਹੋਰ ਵੱਧ ਜਾਣਗੇ। ਚਾਹੇ ਕਿਸੇ ਤਿੰਨਾਂ ਚੋਂ ਇੱਕ ਵੀ ਰੋਗ ਹੈ, ਜੇ ਸਿੱਧਾ ਹੀ ਘਿਓ ਖਾਊਗਾ ਕੋਈ, ਉਹ ਤਿੰਨੇ ਰੋਗ ਵੱਧ ਜਾਣਗੇ। ਛੇਵੇਂ ਪਾਤਸ਼ਾਹ ਨੇ ਵੀ ਉਪਦੇਸ਼ ਦਿੱਤਾ ਸੀ ਨਾ, ਜਦੋਂ ਮਹਾਰਾਜ ਨੂੰ ਕਿਹਾ ਸੀ ਇਹ ਮਹਾਰਾਜ ਮੁਕਤੀ ਤਾਂ ਗਿਆਨ ਨਾਲ ਮਿਲਣੀ ਹੈ, ਭਗਤੀ ਦਾ ਕੀ ਮਤਲਬ ਇਹਦੇ 'ਚ? ਤੁਸੀਂ ਭਗਤੀ ਨੂੰ ਪ੍ਰਧਾਨਤਾ ਦੇ ਰਹੇ ਹੋ। ਮਹਾਰਾਜ ਕਹਿੰਦੇ ਗਿਆਨ ਘਿਓ ਹੈ, ਭਗਤੀ ਮਿਸ਼ਰੀ ਹੈ। ਤੇ ਆਪ ਜੀ ਨਾਲ ਗੱਲ ਸਾਂਝੀ ਕੀਤੀ ਸੀ, ਮਿਸ਼ਰ ਸ਼ਹਿਰ ਦੇ ਵਿੱਚ ਸਭ ਤੋਂ ਪਹਿਲਾਂ ਇਹ ਤਰਤੀਬ, ਇੱਕ ਟਕਨੀਕ ਨਾਲ ਮਿਸ਼ਰੀ ਤਿਆਰ ਹੋਈ ਸੀ, ਕੁੱਜੇ ਵਿੱਚ ਰੱਖ ਕੇ ਧਾਗੇ ਵਿੱਚ ਪਾ ਕੇ। ਤੇ ਉਹ ਹੁਣ ਜਿਹੜੀ ਹੈ ਘੱਟ ਮਿਲਦੀ ਹੈ। ਤੁਸੀਂ ਕਿਤੇ ਮਿਸ਼ਰੀ ਲੈਣ ਚਲੋ, ਸ਼ੁੱਧ ਮਿਸ਼ਰੀ ਉਹ ਜਿਹਦੇ ਵਿੱਚ ਧਾਗਾ ਹੈ ਤੇ ਵੱਡੇ ਡਲੀਆਂ ਨੇ। ਤੇ ਜਿਹੜਾ ਹੁਣ ਆ ਲਾਗੇ ਬਣਾਉਣ, ਹੁਣ ਉਹ ਨਿੱਕੇ ਨਿੱਕੇ ਖੰਡ ਵਰਗੀ ਆਉਂਦੀ ਹੈ, ਜਾਂ ਫਿਰ ਇਹਨਾਂ ਨੇ ਨਵਾਂ ਢੰਗ ਲੱਗ ਗਿਆ, ਉਹਨੂੰ ਜੋੜਨ ਲੱਗ ਗਏ ਗਰਮ ਕਰਕੇ ਉਹਨਾਂ ਨੂੰ, ਟੁਕੜਿਆਂ ਜਿਹਾਂ ਨੂੰ। ਪਰ ਉਹ ਤਾਂ ਅੱਗੇ ਤੁਸੀਂ ਦੇਖੋ ਵੱਡੇ ਵੱਡੇ ਟੁਕੜੇ ਹੁੰਦੇ ਸੀ, ਦੂਏ ਪਾਸੇ ਦੀ ਦੀਂਦਾ ਹੁੰਦਾ ਸੀ, ਐ ਚਮਕਦੀ ਇੰਨੀ। ਤੇ ਧਾਗਾ ਵਿੱਚ ਹੁਣ ਮਿਲ ਹੁਣ ਵੀ ਜਾਂਦੀ ਹੈ। ਸ਼ੁੱਧ ਮਿਸ਼ਰੀ ਉਹੀ ਹੈ, ਬਾਕੀ ਤਾਂ ਐ ਖੰਡ ਆ, ਉਹ ਤਾਂ ਘਰੇ ਫਿਰ ਹੁੰਦੀ ਹੋਈ ਆ, ਉਹੀ ਖਾ ਲਿਆ ਕਰੋ। ਤੇ ਉਹ ਮਿਸ਼ਰੀ ਜਿਹੜੀ ਆ, ਮਿਸ਼ਰ ਸ਼ਹਿਰ ਦੇ ਵਿੱਚ ਪਹਿਲੀ ਵਾਰ ਜਦੋਂ ਇਹ ਤਕਨੀਕ ਯੂਨਾਨੀ ਵੈਦਾਂ ਨੇ, ਜਿਹੜੇ ਹਕੀਮ ਸੀ, ਉਹਨਾਂ ਨੇ ਤਿਆਰ ਕੀਤੀ ਸੀ। ਬਹੁਤ ਨੇ ਨਾ, ਜਿਵੇਂ ਆਪਾਂ ਆਮ ਸ਼ਬਦ ਵਰਤਦੇ ਹਾਂ, ਚੀਨੀ। ਗੁਰੂ ਗ੍ਰੰਥ ਸਾਹਿਬ 'ਚ ਖੰਡ ਸ਼ਬਦ ਆਉਂਦਾ। ਪੁਰਾਣੇ ਸਮਿਆਂ ਵਿੱਚ ਖੰਡ ਦਾ ਹੋਰ ਰੂਪ ਹੁੰਦਾ ਸੀ, ਹੌਲੀ ਹੌਲੀ ਇਹ ਰੂਪ ਬਦਲਦੇ ਆਉਂਦੇ ਆ। ਆਹ ਜਿਹੜੀ ਇਹ ਚਿੱਟੇ ਰੰਗ ਦੀ ਹੈ, ਜਿਹਨੂੰ ਆਪਾਂ ਚੀਨੀ ਕਹਿੰਦੇ ਆ, ਇਹ ਚੀਨ 'ਚ ਬਣੀ ਸੀ ਸਭ ਤੋਂ ਪਹਿਲਾਂ। ਚੀਨ ਦੀ ਟਕਨੀਕ ਹੈ ਇਹ, ਇਸ ਕਰਕੇ ਇਹਨੂੰ ਚੀਨੀ ਕਹਿਣਾ ਸ਼ੁਰੂ ਕਰਤਾ। ਜਿਹੜੀ ਖੰਡ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ, ਉਹਦਾ ਰੂਪ ਹੋਰ ਸੀ। ਉਹ ਬਣਦੀ ਸੀ ਸਿੱਧੀ ਦੇਸੀ ਜਿਹੜਾ ਤਰੀਕਿਆਂ ਨਾਲ। ਇਹ ਚੀਨ ਦੀ ਟਕਨੀਕ ਨਾਲ ਬਣੀ ਹੈ। ਇਹਦੇ ਵਿੱਚ ਫਿਰ ਅਬਰਕ ਵਗੈਰਾ ਪਾਉਂਦੇ ਨੇ, ਇਸ ਕਰਕੇ ਇਹਨੂੰ ਚਿੱਟੀ ਕਰਦੇ ਆ। ਉਹ ਆਮ ਹੁਣ ਵੈਦ ਕਹਿੰਦੇ ਵੀ ਸਿਹਤ ਲਈ ਖਤਰਨਾਕ ਬਹੁਤ ਹੈ, ਜਿੰਨਾ ਚਿੱਟਾ ਖਤਰਨਾਕ ਹੈ ਉਨੀ ਇਹ ਹੈ। ਤੇ ਰਹੋ ਵਿਚਾਰ। ਹੁਣ ਗੱਲ ਚੱਲੀ ਸੀ ਕਿ ਉਹ ਮਿਸ਼ਰੀ ਜਿਹੜੀ ਹੈ, ਮਹਾਰਾਜ ਛੇਵੇਂ ਪਾਤਸ਼ਾਹ ਨੇ ਕਿਹਾ ਵੀ ਭਗਤੀ ਮਿਸ਼ਰੀ ਹੈ। ਜੇ ਗਿਆਨ ਹੈ ਜਿਹੜਾ, ਉਹ ਕੱਲਾ ਘਿਓ ਹੈ। ਜੇ ਕੱਲਾ ਗਿਆਨ ਹੋਵੇ, ਭਗਤੀ ਨਾ ਹੋਵੇ, ਨੁਕਸਾਨ ਕਰਦਾ ਹੈ ਸਿੱਧਾ ਬਾਦ ਰੋਗੀ ਨੂੰ। ਜਿਵੇਂ ਅੱਜ ਵੀ ਦੇਖੋ ਸੰਸਾਰ ਰੋਗੀ ਹੋਇਆ ਵਾ, ਵਿਦਵਾਨ ਜਿਹੜੇ ਨੇ ਉਹ ਇਹੋ ਜਿਹੀਆਂ ਗੱਲਾਂ ਕਰਦੇ ਆ, ਇਹੋ ਜਿਹੀਆਂ ਕਿਤਾਬਾਂ ਲਿਖਦੇ ਆ, ਪੰਥ ਦੇ ਵਿੱਚ ਦਫੇੜ ਪਾਉਂਦੇ ਆ। ਜਦੋਂ ਕੁਝ ਬੋਲਣਗੇ ਤਾਂ ਵੀ ਦਫੇੜਾ, ਜਦੋਂ ਕੁਝ ਲਿਖਣਗੇ ਤਾਂ ਵੀ ਦਫੇੜ। ਕਾਰਨ ਕੀ? ਪੱਲੇ ਭਗਤੀ ਹੈ ਨਹੀਂ, ਬੰਦਗੀ ਹੈ ਨਹੀਂ ਗੀ, ਕੱਲੀ ਵਿਦਵਤਾ ਗਿਆਨ ਹੀ ਗਿਆਨ ਹੈ। ਤੇ ਉਹ ਫਿਰ ਇਉਂ ਜਾਣੋ ਕਿ ਘਿਓ ਹੈਗਾ, ਪਰ ਰੋਗੀ ਖਾਈ ਜਾਂਦੇ ਆ ਤੇ ਬਿਮਾਰ ਹੋਈ ਜਾਂਦੇ ਆ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਵੀ ਇਹ ਬਚਨ ਕਹੇ ਸਨ, ਭਾਈ ਅਗਰ ਘਿਓ ਦੇ ਵਿੱਚ ਮਿਸ਼ਰੀ ਮਿਲਾ ਦਈਏ ਤਾਂ ਜੇ ਉਹਨੂੰ ਕਫ ਵਾਲਾ ਖਾਊ, ਕਫ ਘਟ ਜੂ। ਜੇ ਉਹਨੂੰ ਪਿੱਤ ਰੋਗ ਵਾਲਾ, ਗਰਮੀ ਵਾਲਾ ਖਾਏਗਾ, ਗਰਮੀ ਪਿੱਤ ਘਟੂ। ਜੇ ਉਹਨੂੰ ਬਾਤ ਰੋਗ ਵਾਲਾ, ਬੈਬਾਦੀ ਵਾਲਾ ਖਾਊ, ਉਹ ਵੀ ਘਟ ਜੂ। ਤਿੰਨਾਂ 'ਚ ਹੀ ਉਹੀ ਘਿਓ ਉਹੀ ਹੈ, ਪਰ ਵਿੱਚ ਉਹਦੇ ਮਿਸ਼ਰੀ ਮਿਲ ਗਈ ਤਾਂ ਤਿੰਨਾਂ ਉਹਦੀ ਅਕਸੀਰ ਬਦਲ ਗਈ। ਫਾਇਦੇਮੰਦ ਹੋ ਗਿਆ ਹੁਣ ਤਿੰਨਾਂ ਤਰ੍ਹਾਂ ਦੇ ਰੋਗੀਆਂ ਨੂੰ। ਸਿੱਧਾ ਉਹ ਜਿਹੜਾ ਸੀ ਨੁਕਸਾਨਦੇਹ ਸੀ, ਕਿਉਂਕਿ ਘਿਓ ਕਿੰਨੀ ਤੱਤ ਵਸਤੂ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਤੱਤ ਵਸਤੂ ਗਿਆਨ ਹੈ,
ਪਰ ਜੇ ਗਿਆਨਵਾਨ ਹੋਣ ਦੇ ਨਾਲ ਨਾਲ ਭਗਤੀ ਨਾ ਪੱਲੇ ਹੋਵੇ ਤਾਂ ਨੁਕਸਾਨਦੇਹ। ਇਸ ਕਰਕੇ ਭਾਈ ਅਸੀਂ ਭਗਤੀ ਰੂਪੀ ਮਿਸ਼ਰੀ ਗਿਆਨ ਦੇ ਨਾਲ ਮਿਲਾਈਏ। ਭਗਤੀ ਜ਼ਰੂਰੀ ਹੈ, ਚਾਹੇ ਕਿੱਡਾ ਹੀ ਵੱਡਾ ਗਿਆਨੀ ਕਿਉਂ ਨਾ ਹੋਵੇ, ਉਹਨੂੰ ਬੰਦਗੀ ਦੀ ਜ਼ਰੂਰਤ ਹੈ। ਜਦੋਂ ਬੰਦਗੀ ਹੋਊ ਫਿਰ ਗੁਰਮੁਖਤਾਈ ਆਊਗੀ। ਫਿਰ ਜੋ ਗੱਲ ਕਰੂਗਾ ਲਿਖੂਗਾ ਉਹ ਸੰਸਾਰ ਪੰਥ ਦੇ ਭਲੇ ਦੀ ਕਰੂਗਾ, ਉਹ ਸਿਰ ਜੋੜਨ ਦੀ ਗੱਲ ਕਰੂਗਾ, ਨਹੀਂ ਹੁਣ ਸਿਰ ਪਾੜਨ ਦੀਆਂ ਗੱਲਾਂ ਹੁੰਦੀਆਂ। ਤੇ ਇਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਬ੍ਰਹਮ ਗਿਆਨ ਘ੍ਰਿਤ ਸਮ ਨਿਰਧਾਰੋ। ਤੈਨੂੰ ਭਾਈ ਇੱਕ ਪ੍ਰਮਾਣ ਦਿੰਨੇ ਆ। ਮਹਾਰਾਜ ਕਹਿੰਦੇ ਇਸ ਪਰ ਸੁਣ ਦ੍ਰਿਸ਼ਟਾਂਤ ਹਮਾਰੋ, ਸਾਡਾ ਦ੍ਰਿਸ਼ਟਾਂਤ ਸੁਣ ਲੈ ਭਾਈ ਪੀਲੂ। ਭਾਈ ਕਾਨੇ ਭਗਤ ਬ੍ਰਹਮ ਗਿਆਨ ਘ੍ਰਿਤ ਸਮ ਨਿਰਧਾਰੋ, ਇਸ ਬ੍ਰਹਮ ਗਿਆਨ ਨੂੰ ਘਿਓ ਵਾਂਗੂ ਨਿਰਧਾਰਤ ਕਰ ਲੈ। ਕਫੀ ਹੰਕਾਰੀ ਖਾਵੈ ਜੋਏ। ਜਿਹੜਾ ਬਲਗਮ ਕਫ ਵਾਲਾ ਭਾਵ ਹੰਕਾਰੀ ਪੁਰਸ਼ ਹੈ, ਉਹ ਅਗਰ ਇਸ ਨੂੰ ਖਾਵੇਗਾ, ਭਾਵ ਜਿਵੇਂ ਕਫੀ ਘਿਓ ਖਾ ਲਵੇ, ਇਸੇ ਤਰ੍ਹਾਂ ਇਹ ਗਿਆਨ ਨੂੰ ਹੰਕਾਰੀ ਪੁਰਸ਼ ਜਿਹੜਾ ਹੈ, ਜਿਹਦੇ ਅੰਦਰ ਗਿਆਨਵਾਨ ਹੋ ਜੇ, ਹੰਕਾਰ ਹੋਵੇ। ਵੱਡ ਹੈ ਰੋਗ ਮਾਨ ਬਹੁ ਹੋਏ। ਜਿਵੇਂ ਕਫ ਵਾਲੇ ਦਾ ਕਫ ਰੋਗ ਵੱਧ ਜਾਂਦਾ, ਇਸੇ ਤਰ੍ਹਾਂ ਜਿਹੜਾ ਗਿਆਨ ਹੈ ਹੰਕਾਰੀ ਕਰ ਦਿੰਦਾ। ਜਿਉਂ-ਜਿਉਂ ਗਿਆਨ ਵਧੇ ਤਿਉਂ-ਤਿਉਂ ਵੱਡਾ ਹੰਕਾਰੀ ਹੋਈ ਜਾਂਦਾ ਹੈ। ਮਹਾਰਾਜ ਕਹਿੰਦੇ ਮਾਣ ਬਹੁਤਾ, ਹੰਕਾਰ ਬਹੁਤ ਹੋ ਜਾਂਦਾ ਹੈ। ਅਤੀ ਸਾਰ ਕਫ ਵਾਰੋ ਪਾਵੇ। ਤੇ ਫਿਰ ਜਿਹੜਾ ਕਫ ਵਾਲਾ ਹੁੰਦਾ ਹੈ ਨਾ, ਜੇ ਸਿੱਧਾ ਉਹਨੂੰ ਘਿਓ ਦੇ ਦਈਏ, ਅਤੀ ਸਾਰ ਰੋਗ ਲੱਗ ਜਾਂਦੇ ਆ। ਉਹਨੂੰ ਪੇਟ ਦੇ ਵਿੱਚ ਕੁਛ ਨਹੀਂ ਰਹਿੰਦਾ, ਜੋ ਖਾਇਆ ਉਹਨੂੰ ਅਤੀ ਸਾਰ ਰੋਗ ਕਹਿ ਦਿੰਦੇ ਆ। ਤੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਉਹ ਤਾਂ ਫਿਰ ਅਤੀਸਾਰ ਰੋਗ ਵਾਲਾ ਬਣ ਜਾਂਦਾ, ਜਿਹੜਾ ਕਫ ਵਾਲਾ ਹੈ ਨਾ, ਜਿਹਦੇ ਅੰਦਰ ਬਲਗਮ ਹੈ। ਇਸੇ ਤਰ੍ਹਾਂ ਇਹ ਗਿਆਨ ਹੰਕਾਰੀ ਨੂੰ ਅਤੀਸਾਰ ਰੋਗ ਪੈਦਾ, ਕਿਉਂਕਿ ਫਿਰ ਐਸਾ ਗਿਆਨਵਾਨ ਜਦੋਂ ਹੰਕਾਰ ਅੰਦਰ ਹੈ, ਜਿੱਥੇ ਜਾਊ ਗਾਂਧੀ ਪਾਊਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹੋ ਜੇ ਮਹਾਰਾਜ ਕਹਿਣ ਲੱਗੇ ਵੀ ਅਤੀਸਾਰ ਕਫ ਵਾਰੋ ਭਾਵੈ। ਉਹ ਜਾਣੋ ਭਾਈ ਜਿਹੜਾ ਕਫ ਵਾਲਾ ਅਤੀਸਾਰ ਰੋਗ ਪਾ ਲੈਂਦਾ ਹੈ, ਕੁਕ੍ਰਿਤ ਕਰਮੀ ਸੋ ਬਨ ਜਾਵੇ। ਤੇ ਇਸ ਤਰ੍ਹਾਂ ਜਿਹੜਾ ਹੰਕਾਰੀ ਹੈ ਨਾ, ਉਹ ਕੁਕ੍ਰਿਤ ਭੈੜੇ ਕ੍ਰਿਤਵ ਜਿਹੜੇ ਕਰਮ ਕਰਨ ਲੱਗ ਜਾਂਦਾ ਹੈ। ਕੁਕਿਰਤੀ ਜਿਹੜਾ ਹੈ ਭਾਵ ਮਾੜੇ ਕਰਮਾਂ ਵਾਲਾ, ਉਹ ਜਿਹੜਾ ਹੈ ਕੁਕਰਮ ਕਰਨ ਵਾਲਾ ਬਣ ਜਾਂਦਾ ਹੈ। ਵੱਡੈ ਰੋਗ ਤਿਸ ਮ੍ਰਿਤ ਕੋ ਪਾਵੇ। ਤੇ ਫਿਰ ਰੋਗ ਵੱਧਦਾ ਜਾਂਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ। ਸੋ ਨਹਿ ਲਹਿ ਗਤ ਨਰਕ ਸਿਧਾਵੇ। ਐਸਾ ਹੰਕਾਰੀ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ ਫਿਰ, ਕਿਉਂਕਿ ਗਿਆਨ ਹੋਇਆ, ਗਿਆਨ ਨੇ ਦੇਣੀ ਤਾਂ ਮੁਕਤੀ ਸੀ, ਪਰ ਉਹਦੇ ਨਾਲ ਹੰਕਾਰ ਵੱਧ ਗਿਆ ਤੇ ਹੰਕਾਰ ਇੰਨਾ ਪ੍ਰਬਲ ਹੋ ਗਿਆ ਕਿ ਹੰਕਾਰੀ ਦਾ ਕਦੇ ਭਲਾ ਨਹੀਂ ਹੋ ਸਕਦਾ, ਮੁਕਤੀ ਨਹੀਂ ਹੋ ਸਕਦੀ। ਸੋ ਨਹਿ ਲਹਿ ਗਤ, ਇਸ ਕਰਕੇ ਉਹ ਮੁਕਤੀ ਨਹੀਂ ਲੈ ਸਕਦਾ। ਨਰਕ ਸਿਧਾਵੈ, ਉਹ ਫਿਰ ਨਰਕਾਂ ਨੂੰ ਜਾਂਦਾ ਹੈ। ਗੁਰਮਤਿ ਜੋ ਜੋ ਸੁਨ ਲੀਜੈ। ਤੇ ਇਹ ਜੋ ਗੁਰਮਤ ਹੈ, ਇਹ ਕਾਨੇ ਭਗਤ, ਬਾਕੀ ਭਗਤੋ ਉਹ ਵੀ ਤੁਸੀਂ ਸੁਣ ਲਓ। ਭਗਤੀ ਮੁਖ ਸਭਨ ਤੇ ਕੀਜੈ। ਅਸੀਂ ਇਸ ਕਰਕੇ ਗੁਰਮਤ ਦੇ ਵਿੱਚ ਭਗਤੀ ਨੂੰ ਸਾਰਿਆਂ ਨੂੰ ਮੁੱਖ ਰੱਖਿਆ, ਨੂੰ ਗਿਆਨ ਤੋਂ ਵੀ ਮੁਖੀ ਬਣਾਇਆ ਹੈ। ਪਹਿਲੇ ਨੰਬਰ ਤੇ ਭਗਤੀ ਕੀਤੀ ਹੈ। ਅੱਗੇ ਭਗਤੀ ਵੀ 9 ਤਰ੍ਹਾਂ ਦੀ ਹੈ, ਉਹ ਵੀ ਹੁਣ ਖੁਲਾਸੇ ਤਾਂ ਜਦੋਂ ਕਥਾ ਤੁਸੀਂ ਸੁਣਦੇ ਹੀ ਰਹਿੰਦੇ ਹੋ, ਜਿਹਦੇ ਵਿੱਚੋਂ ਫਿਰ ਦੇਖੋ 9 ਪਹਿਲਾਂ ਤਾਂ ਗੁਰਮਤ ਵਿੱਚ ਭਗਤੀ ਸਾਰਿਆਂ ਨੂੰ 1 ਨੰਬਰ ਤੇ ਹੈ, ਬਾਕੀ ਕਰਮਾਂ ਨੂੰ। ਫਿਰ ਭਗਤੀ 9 ਤਰ੍ਹਾਂ ਦੀ, ਉਹਦੇ ਵਿੱਚੋਂ ਪਹਿਲੇ ਨੰਬਰ ਤੇ ਸੁਣਨਾ ਸਰਵਣ ਭਗਤੀ ਆ। ਸਤ ਸੰਗ ਵਿੱਚ ਬੈਠ ਕੇ ਸੁਣ ਲੈਣਾ, ਇਹ ਪਹਿਲੇ ਨੰਬਰ ਦੀ ਭਗਤੀ ਹੈ। ਆਪ ਜੀ ਕਰਮਾਂ ਵਾਲਿਓ ਰੋਜ਼ ਸੁਣਦੇ ਹੋ। ਮਹਾਰਾਜ ਕਹਿੰਦੇ ਭਗਤੀ ਮੁਖ ਸਭਨ ਤੇ ਕੀਜੈ। ਅਸੀਂ ਭਗਤੀ ਨੂੰ ਸਾਰਿਆਂ ਨਾਲੋਂ ਮੁੱਖ ਕੀਤਾ ਹੈ। ਬਰਤਨ ਮਹਿ ਵੈਰਾਗੈ ਠਾਨ। ਕਿਉਂਕਿ ਇਸ ਤਰ੍ਹਾਂ ਜੇ ਕੋਈ ਭਗਤੀ ਵਿੱਚ ਵਰਤੂਗਾ, ਵਿਰਾਗ ਪੈਦਾ ਹੁੰਦਾ ਹੈ।
ਬਰਾਗ ਕੀ ਹੈ? ਜਦੋਂ ਬ੍ਰਹਮ ਨਾਲੋਂ ਦੂਰ ਹੋਏਦਾ ਬਰਾਗ, ਆਪਾਂ ਨੂੰ ਕਿਸੇ ਨਾਲੋਂ ਆਪਣੇ ਬਹੁਤ ਪਿਆਰੇ ਨਾਲੋਂ ਦੂਰ ਹੋਈਏ ਬਰਾਗ ਨਹੀਂ ਆ ਜਾਂਦਾ। ਜਿਹਨੂੰ ਹੁਣ ਇਹ ਪਤਾ ਲੱਗ ਗਿਆ ਕਿ ਪਰਮੇਸ਼ਰ ਸਾਡੇ ਲਈ ਸਭ ਤੋਂ ਪਿਆਰਾ ਹੈ, ਤਾਂ ਸਾਡੇ ਅੰਦਰ ਬਰਾਗ ਪੈਦਾ ਹੋਊ। ਅਸੀਂ ਤਾਂ ਉਹਦੇ ਦੂਰ ਹੋਏ ਫਿਰਦੇ ਹਾਂ। ਉਹ ਬਰਾਗ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਵੀ ਸੱਚੇ ਪਾਤਸ਼ਾਹ ਜੀ ਦੇ ਵਿੱਚ ਬਰਾਗ ਦਾ ਕਥਨ ਹੈ ਨਾ। ਜਿਵੇਂ ਆਪਾਂ ਨਾਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਪੜ੍ਹਦੇ ਹਾਂ, ਕਿਨੇ ਬਰਾਗ ਮਈਓ ਬਰਾਗ ਪੈਦਾ ਕਰ ਦਿਓ। ਬੰਦਿਆ ਹੈ ਕੀ ਆ ਤੂੰ? ਐਵੇਂ ਹੱਡ ਚੰਮੀ ਹੈ, ਕਰੀ ਕੀ ਜਾਨਾ ਹੈ? ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਰੋਜ਼ ਆਪਾਂ ਇਹ ਮੰਗਲ ਪੜ੍ਹਦੇ ਹਾਂ ਦੋਹਰਾ। ਕਵੀਰਾਜ ਭਾਈ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ ਹੈ। ਤੋ ਰਹੁ ਵਿਚਾਰ ਐਸਾ ਮਹਾਰਾਜ ਕਹਿਣ ਲੱਗੇ ਕਿ ਵਰਤਣ ਮਹਿ ਵਈ ਰਾਗੈ ਠਾਨ। ਤਾਂ ਜਿਹੜਾ ਹੁਣ ਭਗਤੀ ਵਿੱਚ ਆ ਗਿਆ ਉਹ ਫਿਰ ਉਹਦਾ ਜਿਹੜਾ ਵਰਤਣਾ ਹੈ ਉਹ ਬਰਾਗ ਵਿੱਚ ਹੋ ਜਾਂਦਾ ਹੈ। ਨਿਸ਼ਚੇ ਚਾਹੀਏ ਬ੍ਰਹਮ ਗਿਆਨ। ਇਹ ਵਰਤਾਵ ਬਰਾਗ ਦੇ ਵਿੱਚ ਹੋਵੇ। ਭਗਤੀ ਦੇ ਨਾਲ ਬਰਾਗ ਭਾਵ ਪੈਦਾ ਹੁੰਦਾ। ਬਰਾਗ ਹੀ ਜਿਹੜਾ ਹੈ ਉਹ ਰੱਬ ਦੇ ਰਸਤੇ ਤੇ ਤੋਰਦਾ ਹੈ। ਠੀਕ ਆ ਨਿਸ਼ਚੇ। ਫਿਰ ਜਾਣ ਲਓ ਕਿ ਜਦੋਂ ਇਸ ਭਾਵਨਾ ਵਿੱਚ ਆ ਗਿਆ ਉਹਨੂੰ ਨਿਸ਼ਚੇ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹੋ ਬਾਣੀ ਕਿਤੇ ਅਪਰ ਲਖਈਐ। ਇਸ ਕਰਕੇ ਆ ਕਾਨੇ ਭਗਤ ਤੇਰੀ ਇਹ ਬਾਣੀ ਨਹੀਂ ਦਰਜ ਹੋ ਸਕਦੀ ਗੁਰੂ ਗ੍ਰੰਥ ਸਾਹਿਬ ਵਿੱਚ। ਇਹ ਬਾਣੀ ਤੂੰ ਆਪਦੀ ਕਿਤੇ ਹੋਰ ਲਿਆ ਕੇ ਲਿਖਾਈ। ਗ੍ਰੰਥ ਵਿਖੈ ਨਹਿ ਲਿਖੈ ਲਖਈਐ। ਇਹ ਤੇਰੀ ਜਿਹੜੀ ਬਾਣੀ ਹੈ ਇਹ ਗ੍ਰੰਥ ਦੇ ਵਿੱਚ ਨਹੀਂ ਲਿਖੀ ਜਾ ਸਕਦੀ। ਸੁਣ ਕਾਨਾ ਬਹੁ ਹਿਰਦੈ ਰਸਾਇਓ। ਇਹ ਸੁਣ ਕੇ ਕਾਨਾ ਆਪਣੇ ਮਨ ਵਿੱਚ ਬਹੁਤ ਗੁੱਸੇ ਹੋਇਆ। ਬਸ ਨਹਿ ਚੱਲਾ ਤੁਸਨੀ ਥਾਇਓ। ਉਹਦਾ ਬਸ ਨਹੀਂ ਚੱਲਿਆ ਪਰ ਉੱਥੇ ਚੁੱਪ ਕਰ ਗਿਆ ਹੈ। ਪੁਨ ਪੀਲੋ ਸੁਨ ਗੁਰੂ ਬਖਾਨੀ। ਫਿਰ ਜਿਹੜਾ ਪੀਲੋ ਹੈ ਉਹਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਹਾਂ ਭਗਤ ਪੀਲੋ ਤੂੰ ਦੱਸ ਭਾਈ। ਸੰਤੋ ਤੁਮ ਬੋਲੋ ਸ਼ੁਭ ਬਾਣੀ। ਪੀਲੋ ਭਗਤ ਹੈ ਸੰਤ ਭਾਈ ਤੂੰ ਹੁਣ ਬੋਲ ਕਿਹੜੀ ਸ਼ੁਭ ਬਾਣੀ ਬੋਲਦਾ ਹੈ। ਸੁਣ ਪੀਲੋ ਬੋਲਿਓ ਜਿਸ ਭਾਏ। ਤਾਂ ਪੀਲੋ ਭਗਤੋਂ ਕਹਿੰਦੇ ਮੈਂ ਉਚਾਰਦਾ। ਉਹ ਫਿਰ ਜਿਸ ਤਰ੍ਹਾਂ ਵੀ ਸੁਣ ਕੇ ਮਹਾਰਾਜ ਤੋਂ ਇਹ ਬੋਲਿਆ ਹੈ ਕਿਹਾ ਉਸਨੇ ਸੋ ਹਮ ਗ੍ਰੰਥ ਵਿਖੈ ਦਿਖ ਰਾਏ। ਸੰਤ ਰੇਣ ਜੀ ਕਹਿੰਦੇ ਉਹ ਵੀ ਅਸੀਂ ਇਸ ਗ੍ਰੰਥ ਦੇ ਵਿੱਚ ਭਾਈ ਲਿਖ ਦਿੱਤੀ ਦਿਖਾ ਦਿੱਤੀ ਹੈ। ਪੀਲੋ ਬਾਚ। ਹੁਣ ਉਹ ਗੱਲ ਜਿਹੜੀ ਪੀਲੋ ਭਗਤ ਨੇ ਕਹੀ ਜੰਮਦੇ ਹੀ ਮਰ ਜਾਨ। ਜੰਮਦੇ ਹੀ ਮਰ ਜਾਨ ਜੋ ਸੋ ਭਲੇ ਪਛਾਨ। ਭਗਤ ਪੀਲੋ ਕਹਿੰਦਾ ਜਿਹੜੇ ਜੰਮਦੇ ਹੀ ਮਰ ਜਾਣ ਨਾ ਉਹ ਚੰਗੇ ਐ। ਜਨਮ ਹੋਵੇ ਨਾਲ ਹੀ ਮੌਤ ਹੋ ਜੇ ਕੰਮ ਨਿਬੜੇ। ਉਹੀ ਕਹਿੰਦਾ ਭਲੇ ਜਾਣ ਲੋ। ਮਾਇਆ ਤਿਨ ਕੋ ਨਹਿ ਲਿਪੈ ਪੀਲੋ ਕਰੈ ਬਖਾਨ। ਫਿਰ ਉਹਨਾਂ ਨੂੰ ਮਾਇਆ ਨਹੀਂ ਲਪਾਏ ਮਾਨ ਹੁੰਦੀ। ਇਹ ਪੀਲੋ ਭਗਤ ਨੇ ਆਪ ਦਾ ਨਾਂ ਪਾ ਕੇ ਕਿਹਾ ਵੀ ਪੀਲੋ ਇਹ ਵਖਿਆਣ ਕਰਦਾ ਹੈ। ਹੁਣ ਉਹਦਾ ਭਾਵ ਉਹਨੇ ਵੀ ਸੁਣ ਲਿਆ ਕਿਸੇ ਤੋਂ ਸੀ ਤਾਂ ਹੁਣ ਉਹਦੀ ਅਵਸਥਾ ਉਹ ਹੈ ਨਹੀਂ ਸੀ। ਗੱਲ ਤਾਂ ਇਹ ਵੀ ਸਹੀ ਹੈ ਜੰਮਦੇ ਹੀ ਮਰ ਜਾਣ ਸੋ ਭਲੇ ਪਛਾਣ ਲੋ ਵੀ ਜੰਮਦੇ ਹੀ ਮਰ ਜਾਣ ਜੋ। ਕਿਉਂਕਿ ਇੱਥੇ ਖੇੜੀ ਜਿਹੜੀ ਉਹ ਹੈ ਜਿਹੜਾ ਜੀਵਤ ਮਿਰਤਕ ਹੋਏ। ਇੱਥੇ ਭਾਵ ਤਾਂ ਇਹ ਹੈ ਕਿ ਜਦੋਂ ਹੰਕਾਰ ਦਾ ਜਨਮ ਹੋਣਾ ਸ਼ੁਰੂ ਹੋਵੇ ਅਹੰ ਭਾਵ ਪੈਦਾ ਹੋਣਾ ਸ਼ੁਰੂ ਹੋਵੇ ਉਦਾਂ ਹੀ ਆਪਾਂ ਨਿਵਰਤ ਹੋ ਜੇ ਮੈਂ ਕੁਛ ਨਹੀਂ ਹਾਂ। ਜਿਵੇਂ ਬਚਨ ਆਉਂਦੇ ਆ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ। ਇਹ ਭਾਵ ਹੈ ਬਹੁਤ ਡੂੰਘਾ। ਇਹਦਾ ਭਾਵ ਹੈ ਜੰਮਦੇ। ਕਿਉਂਕਿ ਜਦੋਂ ਮੈਂ ਹੀ ਹੈ ਨਹੀਂ ਫਿਰ ਮਾਇਆ ਕਿਹਨੂੰ ਹੋਣੀ ਹੈ। ਮਾਇਆ ਤਾਂ ਹੋ ਜਿੰਨਾ ਟਾਈਮ ਆਪਣੀ ਆਪਾਂ ਹੋਂਦ ਮੰਨਦੇ ਆ ਮੈਂ ਹੈਗਾ। ਫਿਰ ਮਾਇਆ ਪਹੁੰਚਦੀ ਹੈ ਕਿੰਨੇ ਰੂਪਾਂ ਵਿੱਚ ਪਹੁੰਚ ਜਾਂਦੀ ਹੈ।
ਜਦੋਂ ਹੈ ਹੀ ਕੁਛ ਨਹੀਂ, ਆਪਾਂ ਭਾਵ ਹੀ ਖਤਮ ਹੈ, ਉਦੋਂ ਮਾਇਆ ਨੇ ਕੀ ਪਾਉਣਾ ਹੈ। ਲੇਕਿਨ ਉਹਦੀ ਅਵਸਥਾ ਉਹਦੀ ਵੀ ਹੈ ਨਹੀਂ ਸੀ, ਪੀਲੋ ਭਗਤ ਦੀ ਵੀ। ਹੁਣੇ ਵੀ ਸੁਣ ਸੁਣਾ ਕੇ ਉਹਨੇ ਪੰਗਤੀ ਬਣਾ ਕੇ ਕਹਿਤੀ, ਜਿਹੜੇ ਜੰਮਦੇ ਹੀ ਮਰ ਜਾਣ ਉਹਨਾਂ ਨੂੰ ਭਲੇ ਜਾਣ ਲੋ, ਉਹ ਚੰਗੇ ਹਨ। ਜਿਹੜੇ ਇੱਥੇ ਭਾਈ ਸੰਸਾਰ ਤੇ ਆਏ, ਆ ਕੇ ਜਨਮ ਲਿਆ, ਜਨਮ ਤੋਂ ਬਾਅਦ ਮੌਤ ਹੋ ਗਈ, ਪੀਲੋ ਭਲੋ ਪਛਾਣ ਭਗਤ। ਪੀਲੋ ਕਹਿੰਦਾ ਇਹ ਚੰਗੇ ਜਾਣ ਲੋ, ਮਾਇਆ ਤਿੰਨ ਕੋ ਨਹਿ ਲਿਪੈ, ਪੀਲੋ ਕਰੇ ਬਖਾਨ। ਮਾਇਆ ਉਹਨਾਂ ਦੇ ਲਪਾਏ ਮਾਨ ਨਹੀਂ ਹੁੰਦੀ। ਪੀਲੋ ਇਹ ਬਖਿਆਨ ਕਹਿੰਦਾ ਹੈ, ਚੌਪਈ ਕਹਿ ਗੁਰ ਇਹ ਮਤ ਹਮਰੋ ਨਾਹੀ। ਗੁਰੂ ਮਹਾਰਾਜ ਕਹਿਣ ਲੱਗੇ ਵੀ ਭਗਤ ਪੀਲੋ ਦੇਖ ਭਾਈ, ਇਸ ਵੀ ਮਤ ਸਾਡਾ ਨਹੀਂ ਹੈ। ਜਿਹੜੀ ਗੱਲ ਤੂੰ ਕਰਦਾ ਹੈ ਨਾ, ਇਹ ਵੀ ਸਾਡਾ ਮਤ ਨਹੀਂ ਹੈ। ਅਸੀਂ ਨਹੀਂ ਇਸ ਤਰ੍ਹਾਂ ਕਹਿੰਦੇ। ਐ ਪੀਲੋ ਸੁਣ ਲੈ, ਇਹ ਸਾਡੇ ਮਤ ਵਿੱਚ ਗੁਰੂ ਸਾਹਿਬ ਕਹਿੰਦੇ ਗੱਲ ਨਹੀਂ। ਜਨਮ ਤਮੋਇਓ ਸਿੱਧ ਕਿਆ ਪਾਹੀ। ਕਿਉਂਕਿ ਜਦੋਂ ਤੇਰੀ ਗੱਲ ਨੂੰ ਜਗਿਆਸੂ ਸੁਣੂਨ ਤਾਂ ਇਹ ਹੋ ਵੀ ਬੱਚਾ ਜੰਮਿਆ ਨਾਲ ਹੀ ਮਰ ਜੇ, ਫੇਰ ਠੀਕ ਹੈ। ਮਹਾਰਾਜ ਕਹਿੰਦੇ ਵੀ ਪੀਲੋ ਇਹ ਗੱਲ ਦੱਸ, ਇਹਦੇ ਨਾਲ ਵੀ ਜਨਮਤ ਨਾਲ ਮਰ ਗਿਆ ਤੇ ਮਰਨ ਤੋਂ ਬਾਅਦ ਜਨਮਤ ਮੋਇਓ, ਜਨਮ ਲੈਣ ਸਾਰ ਮਰ ਗਿਆ, ਸਿੱਧ ਕਿਆ ਪਾਈ। ਫਿਰ ਉਹਨੇ ਦੱਸ ਮੁਕਤੀ ਕੀ ਪਾਈ ਜਦੋਂ ਕਮਾਈ ਤਾਂ ਕੋਈ ਕੀਤੀ ਨਹੀਂ। ਇਸ ਕਰਕੇ ਜਨਮ ਮਰਨ ਹੈ ਪ੍ਰਭ ਕਾ ਭਾਣਾ। ਇਹ ਜੰਮਣਾ ਤੇ ਮਰਨਾ ਤਾਂ ਪਰਮੇਸ਼ਰ ਦੀ ਰਜ਼ਾ ਹੈ, ਵਾਹਿਗੁਰੂ ਜੀ ਦੇ ਹੁਕਮ ਵਿੱਚ ਹੈ। ਇਹ ਨਹੀਂ ਆਪਾਂ ਕਹਿ ਸਕਦੇ ਆਏ ਨਹੀਂ ਆਏ ਹੋਵੇ। ਹੈ ਭਗਤ ਪੀਲੋ, ਇਹ ਤਾਂ ਭਾਈ ਮਹਾਰਾਜ ਕਹਿਣ ਲੱਗੇ ਉਸ ਪ੍ਰਮਾਤਮਾ ਦਾ ਭਾਣਾ ਹੈ। ਪੀਲੋ ਮਾਨੈ ਸੋ ਪ੍ਰਭ ਭਾਣਾ। ਤੇ ਪੀਲੋ ਜਿਹੜਾ ਗੁਰਮੁਖ ਹੈ ਉਹਨੂੰ ਪਰਮੇਸ਼ਰ ਦਾ ਭਾਣਾ ਮੰਨਣਾ ਚਾਹੀਦਾ ਹੈ। ਇਸ ਕਰਕੇ ਤੇਰੀ ਵੀ ਇਹ ਜਿਹੜੀ ਬਾਣੀ ਹੈ ਗੁਰਮਤ ਦੇ ਅਨੁਸਾਰ ਨਹੀਂ ਦਰਜ ਹੋ ਸਕਦੀ। ਦੋਹਰਾ ਛੱਜੂ ਕਹੋ ਮਾਤੇ ਆਪਣਾ, ਜਸ ਨਿਸ਼ਚਾ ਮਨ ਕੀਨ। ਮਹਾਰਾਜ ਕਹਿੰਦੇ ਹਾਂ ਭਾਈ ਛੱਜੂ ਭਗਤ, ਤੂੰ ਵੀ ਆਪਣਾ ਮਤ ਜਾਣ, ਜਿਸ ਤਰ੍ਹਾਂ ਦਾ ਤੂੰ ਮਨ ਵਿੱਚ ਨਿਸ਼ਚਾ ਜਾਣਿਆ ਕੀਤਾ ਹੈ। ਗੁਰ ਆਏ ਸਕੋ ਮਾਨ ਕੈ, ਬੋਲਿਓ ਬਚਨ ਨਿਵੀਨ। ਗੁਰੂ ਦੇ ਹੁਕਮ ਨੂੰ ਮੰਨ ਕੇ ਫਿਰ ਉਹਨੇ ਵੀ ਨਵਾਂ ਇਸ ਤਰ੍ਹਾਂ ਬਣਾ ਕੇ ਬੋਲ ਬਚਨ ਬਾਣੀ ਕਹੀ। ਛੱਜੂ ਵਾਚ ਸੰਤ ਰੇਣ ਜੀ ਉਹ ਪੰਕਤੀ ਦੇ ਰਹੇ ਆ, ਭਾਵ ਅਰਥ ਦੇ ਰਹੇ ਨੇ। ਉਹਨਾਂ ਨੇ ਆਪਦੇ ਜਾਣੇ ਸੰਸਕ੍ਰਿਤ ਵਿੱਚ ਉਚਾਰੀਆਂ ਸੀ ਗੱਲਾਂ। ਇਹ ਛੱਜੂ ਨੇ ਕੀ ਕਿਹਾ, ਮੂਰਤ ਨਾਰੀ ਕੀ ਹੋਵੇ, ਦੇਖੈ ਨਹਿ ਬੁੱਧਮਾਨ। ਛੱਜੂ ਭਗਤ ਕਹਿੰਦਾ ਵੀ ਜਿਹੜੀ ਇਸਤਰੀ ਹੈ ਨਾ, ਇਹ ਤਾਂ ਕਹਿੰਦਾ ਕਾਗਜ਼ਾਂ ਦੀ ਵੀ ਬਣੀ ਹੋਵੇ, ਮੂਰਤੀ ਵੀ ਬਣੀ ਹੋਵੇ ਨਾਰੀ ਇਸਤਰੀ ਦੀ। ਮੂਰਤ ਨਾਰੀ ਕੀ ਹੋਵੇ, ਇਸਤਰੀ ਦੀ ਤਾਂ ਕੋਈ ਮੂਰਤੀ ਵੀ ਤਸਵੀਰ ਵੀ ਹੋਵੇ, ਕਾਗਜ਼ ਦੀ ਵੀ ਬਣਾਈ ਹੋਵੇ। ਦੇਖੈ ਨਹਿ ਬੁੱਧਮਾਨ, ਬੁੱਧੀਮਾਨ ਨੂੰ ਦੇਖਣੀ ਨਹੀਂ ਚਾਹੀਦੀ। ਕਹਿੰਦਾ ਧਰਮ ਇਹੀ ਜਗ ਸਾਰ ਹੈ, ਛੱਜੂ ਕਹੈ ਬਖਾਨ। ਕਹਿੰਦਾ ਇਹੀ ਜਾਣੋ ਕਿ ਧਰਮ ਦਾ ਜਗਤ ਵਿੱਚ ਸਾਰ ਤੱਤ ਇਹੀ ਹੈ। ਛੱਜੂ ਕਹੈ ਬਖਾਨ, ਸੱਜੂ ਇਹ ਬਖਿਆਨ ਕਰਦਾ ਹੈ। ਚੌਪਈ ਸੁਣ ਛੱਜੂ ਇਹੋ ਨਹਿ ਪਰਮਾਨਾ। ਮਹਾਰਾਜ ਕਹਿੰਦੇ ਛੱਜੂ ਸੁਣ ਭਾਈ, ਇਹ ਵੀ ਗੱਲ ਪ੍ਰਵਾਨ ਨਹੀਂ ਹੋ ਸਕਦੀ। ਗੁਰੂ ਨਾਨਕ ਮਗ ਗ੍ਰਸਤ ਚਲਾਨਾ। ਕਿ ਗੁਰੂ ਨਾਨਕ ਦੇ ਮਹਾਰਾਜ ਨੇ ਤਾਂ ਗ੍ਰਸਤੀ ਮਾਰਗ ਚਲਾਇਆ ਹੈ। ਇੱਥੇ ਤਾਂ ਗ੍ਰਸਤੀ ਜੀਵਨ ਵਿੱਚ ਰਹਿ ਕੇ ਧਰਮ ਕਮਾਉਣਾ। ਜਿਸ ਆਸਰੇ ਖਟ ਦਰਸ਼ਨ ਚੱਲੈ। ਤੇ ਗ੍ਰਸਤ ਧਰਮੀ ਐਸਾ, ਗ੍ਰਸਤੀ ਜੀਵਨ ਐਸਾ, ਇਹਦੇ ਸਹਾਰੇ ਤਾਂ 6 ਤਰ੍ਹਾਂ ਦੇ ਜਿਹੜੇ ਭੇਖ ਆ ਉਹ ਚੱਲਦੇ ਨੇ। ਜੇ ਹੁਣ ਤੂੰ ਕਹਿਣਾ ਮੱਥੇ ਲੱਗ, ਗ੍ਰਸਤੀ ਦੇ ਘਰੇ ਜਾ, ਰੋਟੀ ਉੱਥੋਂ ਲੈਣੀ, ਸਭ ਕੁਝ ਕਰਨਾ, ਤੇ ਤੈਨੂੰ ਵੀ ਕਿਸੇ ਮਾਂ ਨੇ ਜਨਮ ਦਿੱਤਾ, ਕਿਹੜਾ ਤੂੰ ਹੀ ਆ ਡਿੱਗਿਆ ਸੀ। ਇਸ ਕਰਕੇ ਇਹ ਗ੍ਰਸਤੀ ਧਰਮ ਗੁਰੂ ਨਾਨਕ ਦੇ ਪਾਤਸ਼ਾਹ ਦਾ। ਸੱਜੂ ਸੁਣ ਲੈ,
ਇਹਦੇ ਆਸਰੇ ਹੀ ਖੜ ਦਰਸ਼ਨ ਚੱਲੈ। 6 ਤਰ੍ਹਾਂ ਦੇ ਭੇਖ ਇਹਦੇ ਮੁਤਾਬਕ ਇਹਦੇ ਆਸਰੇ ਚੱਲਦੇ ਹਨ। ਨਾਰ ਨ ਦੇਖੈ ਕਿਮ ਮਗ ਚੱਲੈ। ਤੇ ਜੇ ਤੂੰ ਕਹਿੰਦਾ ਵੀ ਇਸਤਰੀ ਨੂੰ ਦੇਖਣਾ ਹੀ ਨਹੀਂ ਹੈ, ਫਿਰ ਦੱਸੋ ਕਿਵੇਂ ਫਿਰ ਇਹ ਗੁਰੂ ਨਾਨਕ ਦੇ ਪਾਤਸ਼ਾਹ ਨੇ ਜਿਹੜਾ ਗ੍ਰਸਤੀ ਮਾਰਗ ਇਹਦੇ ਤੇ ਫਿਰ ਕਿਵੇਂ ਚੱਲ ਸਕਦਾ ਹੈ ਕੋਈ। ਇਹ ਤੇਰੀ ਬਾਣੀ ਵੀ ਦਰਜ ਨਹੀਂ ਹੋ ਸਕਦੀ। ਦੋਹਰਾ ਆਇਸ ਗੁਰ ਕੀ ਪਾਏ ਕੈ ਬੋਲਿਓ ਸ਼ਾਹ ਹੁਸੈਨ। ਹੁਣ ਮਹਾਰਾਜ ਸ਼ਾਹ ਹੁਸੈਨ ਨੂੰ ਕਹਿੰਦੇ ਹਾਂ ਭਾਈ ਤੂੰ ਕਹਿ ਦੇ। ਹੁਣ ਉਹ ਆਗਿਆ ਪਾ ਕੇ ਸ਼ਾਹ ਹੁਸੈਨ ਕਹਿਣ ਲੱਗਿਆ ਹੈ, ਸੋ ਹਮ ਲਿਖੈ ਗ੍ਰੰਥ ਮਹਿ ਹਰੀ ਪ੍ਰੇਮ ਸੁਨੈਨ। ਸੰਤ ਰੇਣ ਪ੍ਰੇਮ ਸਿੰਘ ਜੀ ਕਹਿੰਦੇ ਵੀ ਉਹ ਅਸੀਂ ਇਸ ਗ੍ਰੰਥ ਵਿੱਚ ਉਹ ਵੀ ਉਹਦਾ ਕਿਹਾ ਵੀ ਲਿਖ ਦਿੱਤਾ ਜੋ ਸ਼ਾਹ ਹੁਸੈਨ ਨੇ ਕਿਹਾ। ਐ ਬਾਬਾ ਪ੍ਰੇਮ ਸਿੰਘ ਜੀ ਉਹ ਸਭ ਸੁਣ ਲਓ। ਸ਼ਾਹ ਹੁਸੈਨ ਵਾਚ ਕੀ ਕਿਹਾ ਸ਼ਾਹ ਹੁਸੈਨ ਨੇ, ਚੁੱਪ ਸਭ ਹਨ ਤੇ ਹੈ ਭਲਾ ਬੋਲਣ ਮੈਂ ਕਛ ਨਾਹੀ। ਉਹਨੇ ਕਿਹਾ ਨਾ ਚੁੱਪ ਵੇੜਿਆ ਚੁੱਪੀ ਚੰਗੀ। ਕਹਿੰਦਾ ਚੁੱਪ ਜਿਹੜੀ ਹੈ ਸਾਰਿਆਂ ਤੋਂ ਭਲੀ ਹੈ, ਬੋਲਣ ਦੇ ਵਿੱਚ ਤਾਂ ਕੁੱਖ ਨਹੀਂ ਰੱਖਿਆ ਹੈ। ਅੰਤਰ ਬਾਹਰ ਏਕ ਹੈ ਕਹੈ ਹੁਸੈਨਾ ਸ਼ਾਹੀ। ਅੰਦਰ ਬਾਹਰ ਇੱਕੋ ਹੀ ਹੈ ਪ੍ਰਮਾਤਮਾ ਹੁਸੈਨ ਸ਼ਾਹ, ਇਹ ਗੱਲ ਕਹਿੰਦਾ। ਹੁਣ ਇਹ ਵੀ ਤਾਂ ਉਹਦੀ ਅਵਸਥਾ ਹੈ ਨਹੀਂ ਸੀ, ਹੈ ਤਾਂ ਗੱਲ ਠੀਕ। ਮਹਾਰਾਜ ਨੇ ਬਚਨ ਕਹਿੰਦੇ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਤੇ ਇਹਦਾ ਭਾਵ ਹੈ ਜਦੋਂ ਅੰਤਰ ਬਾਹਰ ਉਹ ਬ੍ਰਹਮ ਹੀ ਬ੍ਰਹਮ ਹੋ ਗਿਆ, ਉੱਥੇ ਫਿਰ ਕੌਣ ਸੁਣਦਾ ਤੇ ਕੌਣ ਬੋਲਦਾ। ਜਦੋਂ ਮਹਾਰਾਜ ਦੀ ਕਿਰਪਾ ਹੋਈ ਤਾਂ ਇਹ ਭਾਵਨਾ ਵਿੱਚ ਜਾ ਕੇ ਸਰੋਤਾ ਵੀ ਉਹੀ ਵਕਤਾ ਵੀ ਉਹੀ ਹੈ। ਫਿਰ ਉੱਥੇ ਨਾ ਤਾਂ ਉੱਥੇ ਕੋਈ ਕਥਾ ਸੁਣਾਉਣ ਵਾਲਾ ਨਾ ਕਥਾ ਸੁਣਨ ਵਾਲੇ ਨੇ, ਹੁਣ ਉਹ ਦੋਨੇ ਪਾਸੇ ਉਹੀ ਬੈਠਾ। ਇਹ ਤਾਂ ਜਦੋਂ ਉਸ ਅਵਸਥਾ 'ਚ ਚਲਿਆ ਗਿਆ ਗੱਲ ਫੇਰ ਹੈ। ਜੇ ਹੁਣ ਮੈਂ ਕਹੀ ਜਾਵਾਂ ਵੀ ਬਸ ਜੀ ਇੱਥੇ ਨਾ ਤੁਸੀਂ ਹੋ ਨਾ ਮੈਂ, ਤਾਂ ਬ੍ਰਹਮ ਹੀ ਹੈ, ਤਾਂ ਫਿਰ ਹਉਮੈ ਹੀ ਹੋਊ। ਅਜੇ ਨਾ ਮੈਂ ਉਹ ਅਵਸਥਾ 'ਚ ਪਹੁੰਚਿਆ ਨਾ ਤੁਸੀਂ ਪਹੁੰਚੇ ਹੋ। ਇਹ ਤਾਂ ਮਹਾਰਾਜ ਕਿਰਪਾ ਕਰੇ। ਇਹ ਅਵਸਥਾ 'ਚ ਹੈ ਨਹੀਂ ਸੀ ਸ਼ਾਹ ਹੁਸੈਨ। ਕਹਿੰਦਾ ਵੀ ਅੰਤਰ ਬਾਹਰ ਏਕ ਹੈ ਕਹੈ ਹੁਸੈਨ ਸ਼ਾਹ, ਇਸ ਕਰਕੇ ਚੁੱਪ ਹੀ ਭਲੀ ਹੈ, ਬੋਲਣ 'ਚ ਕੁਛ ਨਹੀਂ ਰੱਖਿਆ। ਚੌਪਈ ਕਹਿ ਗੁਰੂ ਸੁਨ ਸ਼ਾਹ ਹੁਸੈਨ। ਸਤਿਗੁਰੂ ਕਹਿੰਦੇ ਆ ਸ਼ਾਹ ਹੁਸੈਨ ਸੁਣ ਲੈ, ਚੁੱਪ ਕਰਨ ਮਤ ਹਮਰੋ ਹੈ ਨਾ। ਵੀ ਇਹ ਜਿਹੜਾ ਚੁੱਪ ਕਰਕੇ ਮੋਨੀ ਬਣ ਕੇ ਬਹਿਣ ਵਾਲਾ ਇਹ ਸਾਡਾ ਮਤ ਨਹੀਂ ਹੈ। ਇੱਥੇ ਕੀ ਹੈ, ਆਪ ਜਪੈ ਪਉਨੇ ਅਪਰਜ ਪਾਵੈ। ਆਪ ਵੀ ਪਰਮਾਤਮਾ ਦਾ ਨਾਮ ਜਪਣਾ ਔਰ ਹੋਰਾਂ ਨੂੰ ਵੀ ਜਪਾਉਣਾ ਹੈ। ਗੁਰਮਤ ਇਹ ਕਿਉਂ ਮੂਕ ਰਹਾਵੈ। ਇਹ ਹੈ ਗੁਰਮਤ, ਇਸ ਕਰਕੇ ਮੂਕ ਨਾਮ ਚੁੱਪ ਦਾ ਵੀ ਇੱਥੇ ਚੁੱਪ ਰਹਿਣਾ ਕਿਵੇਂ ਬਣਦਾ ਹੈ। ਅਸ ਸੁਨ ਭਏ ਸਭੈ ਨਿਰੇ ਉੱਤਰ। ਇਸ ਤਰ੍ਹਾਂ ਸੁਣ ਕੇ ਹੁਣ ਸਾਰੇ ਨਿਰੁੱਤਰ ਹੋ ਗਏ। ਮਹਾਰਾਜ ਕਹਿੰਦੇ ਨਹੀਂ ਤੁਹਾਡੀਆਂ ਗੱਲਾਂ ਗ੍ਰੰਥ ਵਿੱਚ ਲਿਖੀਆਂ ਜਾ ਸਕਦੀਆਂ। ਪੁਨ ਕਛ ਨਹਿ ਭਾਖਿਓ ਤੈਨੇ ਉੱਤਰ। ਫਿਰ ਉਹਨਾਂ ਨੇ ਕੋਈ ਅੱਗੇ ਉੱਤਰ ਨਹੀਂ ਕਿਹਾ, ਭਾਵ ਕੋਈ ਜਵਾਬ ਨਹੀਂ ਦਿੱਤਾ। ਕਿਤਕ ਬੈਠ ਲਵਪੁਰ ਦਿਸ ਆਈ। ਕੁਝ ਕੁ ਸਮਾਂ ਬੈਠ ਕੇ ਲਾਹੌਰ ਵੱਲ ਨੂੰ ਆ ਗਏ। ਕਾਨਾ ਮਗ ਮੈਂ ਮ੍ਰਿਤ ਕੋ ਪਾਈ। ਤੇ ਕਾਨੇ ਭਗਤ ਦੀ ਤਾਂ ਰਸਤੇ ਵਿੱਚ ਹੀ ਆਪਣੇ ਰਥ ਦੇ ਪਹੀਏ ਥੱਲੇ ਆ ਕੇ ਇਹਦੀ ਮੌਤ ਹੋ ਗਈ ਸੀ। ਹੰਕਾਰੀ ਉੱਥੇ ਕਹਿ ਕੇ ਉੱਠਿਆ ਸੀ, ਕੋਈ ਨਹੀਂ ਮੈਂ ਦੇਖੂ ਤੁਹਾਨੂੰ ਮੈਂ ਦੱਸੂ ਮੈਂ ਕੌਣ ਆ। ਤੇ ਮਹਾਰਾਜ ਦੇ ਕੋਲੋਂ ਉੱਠਿਆ, ਰਾਹ 'ਚ ਹੀ ਕਿਤੇ ਰਥ ਜਿਹਾ ਇਹੋ ਜਿਹਾ ਉਲਟਿਆ, ਉਹਦੇ ਥੱਲੇ ਆ ਕੇ ਮਰ ਗਿਆ ਸੀ ਇਹ ਰਾਹ ਜਾਂਦਾ ਹੀ। ਤੇ ਇਸ ਤਰ੍ਹਾਂ ਭਾਈ ਉਹਦੀ ਤਾਂ ਰਾਹ 'ਚ ਹੀ ਮੌਤ ਹੋ ਗਈ ਸੀ। ਇਹ ਹੁਣ ਅੱਜ ਇਹਨਾਂ ਚਾਰਾਂ ਦੀ ਕਥਾ ਆ ਗਈ ਹੈ ਵਿੱਚ, ਤੇ ਕਿਵੇਂ ਕਿਵੇਂ ਉੱਥੇ ਕੀ ਕੁਛ ਹੋਇਆ। ਕਿੰਨੇ ਦਿਨ ਮਹਾਰਾਜ ਬਾਣੀਆਂ ਲਿਖਵਾਉਂਦੇ ਰਹੇ, ਆਹ ਦਿਨ ਉਹੀ ਚੱਲਦੇ ਨੇ ਉੱਥੇ। ਮਹਾਰਾਜ ਇਹ ਜਾਣੋ ਵੀ ਆਈ ਵਰਤ ਰਿਹਾ ਸਾਰਾ ਕੁਛ ਸ੍ਰੀ ਅੰਮ੍ਰਿਤਸਰ ਸਾਹਿਬ ਆਹ ਦਿਨਾਂ ਦੇ ਵਿੱਚ। ਤੋ ਆਓ ਹੁਣ ਟਾਈਮ ਹੋ ਗਿਆ ਹੈ, ਬਾਕੀ ਅਗਲੀ ਕਥਾ ਆਪਾਂ ਕੱਲ ਅੱਗੇ ਪੜ੍ਹਾਂ ਸੁਣਾਂਗੇ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ ਵਾਹਿਗੁਰੂ ਨਾਮ ਜਹਾਜ ਹੈ। ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵ ਦੇ।
ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।